श्री वाहिगुरु जी। श्री नानक पग पंकज बंदन, पग पंकज बंदन। सिमरो अंगद दोख निकंदन, अमरदास गुर हृदय त्यावो, हृदय त्यावो। श्री गुरु रामदास गुण गावो, श्री अर्जन बिघ्नन के नासक, बिघ्नन के नासक। श्री हरगोबिंद शुभ सुमत प्रकाशक, श्री हर राय नमो कर जोरी, नमो कर जोरी। गुरु हर कृष्ण मनाए बहोरी, गुरु तेग बहादुर परम किरपाला, परम किरपाला। श्री गुरु गोबिंद सिंह बेसाला, तरों तरा पर पुन पुन सीसा, पुन पुन सीसा। बंदों बार बार जगदीशा, तरों तरा पर पुन पुन सीसा, पुन पुन सीसा। बंदों बार बार जगदीशा, जिसमें अमृत ज्ञान है माणक भगत बैराग। श्री गुरु ग्रंथ साहिब उदद बंदों कर अनुराग। एक अंकारा सतगुरु तेह प्रसाद सच होए। वाहिगुरु जी की फतेह, बिघ्न विनाशन सोए। सतनाम श्री वाहिगुरु जी। चौपाई। पुन अरदास करी सब संगत, गगरन तोरै बालक पंकत। सुन तूषण करुणा कर होए, उत्तर नाहिन दयो तब कोए। पुन अरदास करी सब संगत। सच्चे पातशाह गरीब नवाज दीन दुनिया दे मालक, चवर छतर तखत दे मालक, समरथ गुरु परतख गुरु,
ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ। ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੀ ਸਦਾ ਇੱਜ਼ਤ ਰੱਖਣ ਵਾਲੇ, ਪੱਤ ਰੱਖਣ ਵਾਲੇ, ਦਇਆ ਕਰਨ ਵਾਲੇ, ਧੰਨ ਧੰਨ ਅੰਤਰਜਾਮੀ ਸੱਚੇ ਪਾਤਸ਼ਾਹ ਸੁਖ ਨਿਧਾਨ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸਿੱਖ ਸੰਗਤਾਂ ਦੋਵੇਂ ਹੱਥ ਜੋੜ ਕੇ ਪਿਆਰ ਸਤਿਕਾਰ ਅਦਬ ਸਹਿਤ ਉਚਾਰਨ ਕਰੋ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਫਿਰ ਪ੍ਰੇਮ ਨਾਲ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਗਰੀਬ ਨਵਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਪਵਿੱਤਰ ਪਾਵਨ ਹਜ਼ੂਰੀ ਵਿੱਚ ਸੁਭਾਏ ਮਾਨ ਸਤਿਗੁਰੂ ਜੀ ਦੀ ਪਿਆਰੀ ਸਾਜੀ ਨਵਾਜੀ ਸੰਗਤ ਜੀ। ਆਪਾਂ ਦੇ ਵੱਡੇ ਭਾਗ ਹਨ ਇਸ ਕਲਯੁਗ ਦੇ ਭਿਆਨਕ ਸਮੇਂ ਵਿੱਚ ਜਿੱਥੇ ਮਹਾਮਾਰੀ ਫੈਲੀ ਹੋਈ ਹੈ, ਉੱਥੇ ਗੁਰੂ ਸਾਹਿਬ ਨੇ ਸਾਡੇ 'ਤੇ ਕਿਰਪਾ ਕੀਤੀ ਹੈ, ਸਾਨੂੰ ਆਪਣੀ ਹਜ਼ੂਰੀ ਵਿੱਚ ਬੈਠਣ ਦਾ ਮੌਕਾ ਬਖਸ਼ਿਸ਼ ਕੀਤਾ ਹੈ। ਕੋਈ ਰਸਨਾ ਵਾਂਝੀ ਨਾ ਰਹੇ, ਪਿਆਰ ਵਿੱਚ ਆਓ। ਕਲਗੀਧਰ ਜੀ ਦੀ ਬਖਸ਼ੀ ਹੋਈ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਤੀਸਰੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀ ਮਹਾਨ ਪਵਿੱਤਰ ਪਾਵਨ ਕਥਾ। ਸਤਿਗੁਰੂ ਜੀ ਦਾ ਜੀਵਨ ਇਤਿਹਾਸ ਆਪ ਜੀ ਬੜੇ ਪਿਆਰ ਦੇ ਨਾਲ ਸਰਵਣ ਕਰ ਰਹੇ ਹੋ। ਗੁਰੂ ਸਾਹਿਬ ਜੀ ਦਾ ਜਦੋਂ ਜੀਵਨ ਸੁਣੀਏ ਨਾ ਜੀ, ਉਸ ਜੀਵਨ ਦੇ ਵਿੱਚੋਂ ਸਾਨੂੰ ਬਹੁਤ ਸਾਰਾ ਤੱਤ ਪ੍ਰਾਪਤ ਹੁੰਦਾ ਹੈ ਜੀ। ਗੁਰੂ ਸਾਹਿਬ ਜੀ ਦੀ ਜਿਹੜੀ ਬਾਣੀ ਹੈ ਇਹ ਸਾਧ ਸੰਗਤ ਦੀ ਥਿਊਰੀ ਹੈ, ਥਿਊਰੀ। ਸਤਿਗੁਰੂ ਜੀ ਦਾ ਜਿਹੜਾ ਇਤਿਹਾਸ ਹੈ ਇਹ ਪ੍ਰੈਕਟੀਕਲ ਹੈ, ਮਹਾਰਾਜ ਸੱਚੇ ਪਾਤਸ਼ਾਹ ਨੇ ਕਰਕੇ ਵਿਖਾਇਆ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਹਜ਼ਾਰਾਂ ਸੰਗਤਾਂ ਆਉਂਦੀਆਂ ਹਨ। ਮਹਾਰਾਜ ਕਿਵੇਂ ਸਾਰਿਆਂ 'ਤੇ ਬਖਸ਼ਿਸ਼ਾਂ ਕਰਦੇ ਹੋ ਤੁਸੀਂ ਸੁਣਿਆ ਜੀ। ਸੁਲਤਾਨਪੁਰ ਲੋਧੀ ਦਾ ਰਹਿਣ ਵਾਲਾ ਇੱਕ ਮਨੁੱਖ ਜਿਹਦਾ ਨਾਮ ਹੈ ਭਾਈ ਮਹੇਸ਼ਾ, ਸੁਲਤਾਨਪੁਰ ਦਾ ਰਹਿਣ ਵਾਲਾ ਸੀ। ਭਾਈ ਮਹੇਸ਼ਾ ਜੀ ਨੇ ਗੁਰੂ ਅੰਗਦ ਵਾਹਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੀ ਸਿਫਤ ਸੁਣੀ। ਪਤਾ ਲੱਗਾ ਵੀ ਇਸ ਧਰਤੀ 'ਤੇ ਆਪ ਰੱਬ ਗੁਰੂ ਅਮਰਦਾਸ ਸਾਹਿਬ ਵਿਚਰ ਰਹੇ ਹੈ। ਭਾਈ ਮਹੇਸ਼ਾ ਜੀ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਏ। ਗੁਰੂ ਸਾਹਿਬ ਜੀ ਨੂੰ ਉਹਨਾਂ ਨੇ ਬੇਨਤੀ ਕੀਤੀ, ਮਹਾਰਾਜ ਆਪ ਕਿਰਪਾ ਕਰੋ ਤੇ ਮਹਾਰਾਜ ਮੈਨੂੰ ਸਿੱਖੀ ਦੀ ਦਾਤ ਬਖਸ਼ੋ। ਮਹਾਰਾਜ ਕਹਿੰਦੇ ਭਾਈ ਮਹੇਸ਼ੇ ਪਹਿਲਾਂ ਕਿਸੇ ਹੋਰ ਦਾ ਸਿੱਖ ਤੇ ਨਹੀਂ ਤੂੰ ਹੈਗਾ? ਨਹੀਂ ਮਹਾਰਾਜ ਮੈਂ ਕਿਸੇ ਦਾ ਸਿੱਖ ਨਹੀਂ ਹੈਗਾ। ਮਹਾਰਾਜ ਕਹਿਣ ਲੱਗੇ ਸਿੱਖੀ ਲੈਣੀ ਸੌਖੀ ਨਹੀਂ ਹੈਗੀ, ਮਹਾਰਾਜ ਕਿਰਪਾ ਕਰੋ। ਗੁਰੂ ਸਾਹਿਬ ਕਹਿਣ ਲੱਗੇ ਹੋ ਸਕਦਾ ਤੇਰੇ ਕੋਲ ਮਾਇਆ ਪਦਵੀ ਲੋਕਾਂ ਵਿੱਚ ਮਾਣ ਸਨਮਾਨ ਨਾ ਰਵੇ, ਲੋਕ ਤੇਰਾ ਮਖੌਲ ਉਡਾਉਣ। ਭਾਈ ਮਹੇਸ਼ਾ ਜੀ ਕਹਿੰਦੇ ਮਹਾਰਾਜ ਮੈਨੂੰ ਸਾਰਾ ਕੁਝ ਮਨਜ਼ੂਰ ਹੈ, ਮੈਨੂੰ ਤੁਹਾਡੀ ਸਿੱਖੀ ਚਾਹੀਦੀ ਹੈ। ਫਿਰ ਕੀ ਸੀਗਾ? ਮਹਾਰਾਜ ਕਹਿੰਦੇ ਸਤਨਾਮ ਦਾ ਜਾਪ ਕਰਿਆ ਕਰ, ਜਪਿਆ ਕਰ ਸਤਨਾਮ ਸਤਨਾਮ, ਇਹ ਜਪਿਆ ਕਰ, ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਉਹ ਸਤਨਾਮ ਸਤਨਾਮ ਜਪਣਾ ਸ਼ੁਰੂ ਹੋ ਗਿਆ ਜੀ। ਥੋੜ੍ਹੇ ਦਿਨਾਂ ਬਾਅਦ ਹੀ ਸਾਰਾ ਘਰ ਬੰਨਾ ਬੂਹਾ ਵਿਕ ਗਿਆ ਜੀ, ਕਰਜ਼ੇ ਵਿੱਚ ਆ ਗਿਆ, ਗਰੀਬੀ ਬੜੀ ਆ ਗਈ। ਗੁਰੂ ਸਾਹਿਬ ਜੀ ਨੇ ਜਿਵੇਂ ਕਿਹਾ ਸੀ ਨਾ, ਲੋਕਾਂ ਨੇ ਉਹਦਾ ਮਜ਼ਾਕ ਬਣਾਇਆ ਵੀ ਚੰਗਾ ਤੂੰ ਗੁਰੂ ਦਾ ਸਿੱਖ ਬਣਿਆ, ਜਦੋਂ ਦਾ ਤੂੰ ਆਇਆ, ਜਦੋਂ ਦਾ ਤੂੰ ਸਿੱਖ ਬਣਿਆ ਤੇਰੇ ਕਰਮਾਂ 'ਚ ਤੇ ਗਰੀਬੀ ਲਿਖੀ ਗਈ ਹੈ। ਭਾਈ ਮਹੇਸ਼ਾ ਜੀ ਕਹਿਣ ਲੱਗੇ ਕੋਈ ਗੱਲ ਨਹੀਂ, ਲੋਕ ਕਹਿੰਦੇ ਤੈਨੂੰ ਗੁਰੂ ਦਾ ਸਿੱਖ ਬਣ ਕੇ ਕੀ ਮਿਲਿਆ? ਭਾਈ ਮਹੇਸ਼ਾ ਜੀ ਕਹਿਣ ਲੱਗੇ ਫਿਰ ਕੀ ਹੋਇਆ, ਜੇ ਮੇਰੇ ਕੋਲ ਮਾਇਆ ਨਹੀਂ ਰਹੀ, ਗੁਰੂ ਦਾ ਸਿੱਖ ਬਣ ਕੇ ਮੈਨੂੰ ਗੁਰੂ ਦਾ ਪਿਆਰ ਮਿਲਿਆ। ਕਹਿਣ ਲੱਗੇ ਮੈਨੂੰ ਗੁਰੂ ਨੇ ਸਿਮਰਨ ਦੀ ਦਾਤ ਦਿੱਤੀ ਹੈ, ਮੇਰੇ ਮਨ ਨੂੰ ਸਕੂਨ ਹੈ। ਮਾਇਆ ਨੇ ਤੇ ਇੱਕ ਦਿਨ ਨਾਸ ਹੋ ਹੀ ਜਾਣਾ, ਸਾਥ ਛੱਡਣਾ ਹੀ ਪੈਣਾ ਹੈ, ਭਾਵੇਂ ਬੰਦਾ ਜਿੰਦਿਆਂ ਜੀ ਛੱਡ ਦੇ ਜਾਂ ਮਰਨ ਤੋਂ ਬਾਅਦ ਛੱਡ ਦੇ ਜੀ। ਮਾਇਆ ਨਾਲੋਂ ਤੇ ਸੰਬੰਧ ਟੁੱਟਦਾ ਹੀ ਹੈ।
ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਮੇਰੇ ਤੇ ਕਿਰਪਾ ਕੀਤੀ, ਹੁਣੇ ਹੀ ਮਿਹਰ ਕਰਤੀ ਹੈ। ਭਾਈ ਮਹੇਸ਼ੇ ਦੀ ਹਾਲਤ ਇੰਨੀ ਢਿੱਲੀ ਹੋ ਗਈ, ਛਕਣ ਨੂੰ ਪ੍ਰਸ਼ਾਦਾ ਤੱਕ ਨਹੀਂ ਰਿਹਾ ਜੀ, ਪਰ ਮਨ ਬੜੇ ਆਨੰਦ ਵਿੱਚ ਜੀ। ਫਿਰ ਭਾਈ ਮਹੇਸ਼ਾ ਜੀ ਗੁਰੂ ਸਾਹਿਬ ਦੇ ਕੋਲ ਆਏ, ਗੁਰੂ ਸਾਹਿਬ ਨੇ ਮਿਹਰ ਕੀਤੀ। ਮਹਾਰਾਜ ਕਹਿੰਦੇ, ਭਾਈ ਮਹੇਸ਼ੇ ਤੂੰ ਗੁਰੂ ਘਰ ਤੇ ਸਿਦਕ ਰੱਖਿਆ, ਜਿੰਨੇ ਪੈਸੇ ਤੇਰੇ ਕੋਲ ਅੱਗੇ ਸਨ ਨਾ, ਅੱਗੇ ਨਾਲੋਂ ਵੀ 10 ਗੁਣਾ ਵੱਧ ਹੋ ਜਾਣਗੇ। ਕਹਿਣ ਲੱਗੇ, ਬੰਦਾ ਸੰਗਤ ਜੀ ਗੁਰੂ ਸਾਹਿਬ ਤੇ ਭਰੋਸਾ ਰੱਖੇ, ਗੁਰੂ ਸਾਹਿਬ ਦੀ ਸਿੱਖੀ ਨੂੰ ਪੱਕਾ ਕਰੇ। ਮਾਇਆ ਤੇ ਕੋਈ ਚੀਜ਼ ਹੀ ਨਹੀਂ ਹੈਗੀ ਜੀ, ਮਾਇਆ ਦਾ ਕੀ ਹੈਗਾ ਜੀ? ਗੁਰੂ ਸਾਹਿਬ ਨੇ ਮਾੜਾ ਜਿਹਾ ਇਸ਼ਾਰਾ ਹੀ ਕਰਨਾ ਜੀ, ਮਾਇਆ ਦਾ ਦਰਿਆ ਉਸੇ ਬੰਨੇ ਵਗਣ ਲੱਗ ਪੈਂਦਾ ਜੀ। ਔਰ ਤੋਂ ਬਾਅਦ ਤੁਸੀਂ ਕੱਲ ਕਥਾ ਸੁਣੀ, ਸ਼ੇਖ ਮੁਸਲਮਾਨਾਂ ਦਾ, ਪਠਾਣਾਂ ਦਾ। ਸਾਧ ਸੰਗਤ ਜੀ, ਇੱਕ ਜਾਤ ਹੈ ਸ਼ੇਖ ਲੋਕ ਗੋਇੰਦਵਾਲ ਸਾਹਿਬ ਰਹਿੰਦੇ ਸਨ ਜੀ। ਉਹਨਾਂ ਦੇ ਜਿਹੜੇ ਨੌਜਵਾਨ ਬੱਚੇ ਸਨ ਨਾ, ਉਹ ਬੱਚੇ ਬੜੇ ਸ਼ਰਾਰਤੀ ਸੀਗੇ ਜੀ। ਗੁਰੂ ਕੀਆਂ ਸੰਗਤਾਂ ਵਾਸਤੇ ਲੰਗਰ ਚਾਹੀਦਾ ਤੇ ਲੰਗਰ ਵਾਸਤੇ ਪਾਣੀ। ਜਦੋਂ ਸਿੱਖ ਦਰਿਆ ਤੋਂ ਪਾਣੀ ਭਰਨ ਜਾਂਦੇ ਸਨ ਨਾ, ਉਹ ਘੜੇ ਭੰਨ ਦਿੰਦੇ ਸੀਗੇ ਜੀ, ਗੁਲੇਲਾਂ ਮਾਰ ਕੇ। ਸਿੱਖਾਂ ਨੇ ਮਹਾਰਾਜ ਨੂੰ ਦੱਸਿਆ, ਮਹਾਰਾਜ ਸ਼ੇਖਾਂ ਦੇ ਬੱਚੇ ਸਾਨੂੰ ਤੰਗ ਬੜਾ ਕਰਦੇ। ਤੇ ਗੁਰੂ ਸਾਹਿਬ ਦਾ ਧੀਰਜ ਵੇਖੋ। ਮਹਾਰਾਜ ਕਹਿਣ ਲੱਗੇ, ਕੋਈ ਨਹੀਂ, ਜੇ ਤੁਹਾਨੂੰ ਤੰਗ ਕਰਦੇ ਆ ਨਾ ਤੇ ਉਹ ਘੜੇ ਫੋੜਦੇ ਆ, ਤੁਸੀਂ ਮਸ਼ਕਾਂ ਦੇ ਵਿੱਚ ਪਾਣੀ ਲੈ ਆਇਆ ਕਰੋ। ਸਿੱਖਾਂ ਨੇ ਵਚਨ ਮੰਨਿਆ ਤੇ ਮਸ਼ਕਾਂ ਦੇ ਵਿੱਚ ਪਾਣੀ ਲਿਆਉਣਾ ਸ਼ੁਰੂ ਕੀਤਾ। ਚਮੜੇ ਦੀਆਂ ਬਣੀਆਂ ਹੁੰਦੀਆਂ ਨੇ, ਤੁਹਾਡੇ ਵਿੱਚ ਸਿਆਣੇ ਬਜ਼ੁਰਗ ਬੈਠੇ, ਉਹਨਾਂ ਮਸ਼ਕਾਂ ਆਪਣੀ ਜ਼ਿੰਦਗੀ 'ਚ ਵੇਖੀਆਂ ਹੋਣਗੀਆਂ ਜੀ। ਉਹ ਬੱਚੇ ਬੜੇ ਸ਼ਰਾਰਤੀ ਸੀਗੇ ਜੀ, ਉਹਨਾਂ ਨੇ ਤੀਰ ਮਾਰ ਕੇ ਮਸ਼ਕਾਂ ਵੀ ਪਾੜ ਦੇਣੀਆਂ ਜੀ। ਸਿੱਖ ਮਹਾਰਾਜ ਕੋਲ ਫੇਰ ਆਏ। ਮਹਾਰਾਜ ਕਹਿੰਦੇ, ਤਾਂਬੇ ਦੀਆਂ ਗਾਗਰਾਂ ਲੈ ਆਓ, ਪਿੱਤਲ ਦੀਆਂ ਗਾਗਰਾਂ ਲੈ ਆਓ, ਉਹਨਾਂ ਨੂੰ ਨਹੀਂ ਕੁਝ ਕਹਿਣਾ। ਸਿੱਖਾਂ ਨੇ ਗਾਗਰਾਂ ਲਿਆਂਦੀਆਂ, ਉਹਨਾਂ ਇੱਟਾਂ ਮਾਰ ਕੇ ਤੇ ਗਾਗਰਾਂ ਭੰਨ ਦੇਣੀਆਂ ਜੀ। ਫਿਰ ਸਾਰੀ ਸੰਗਤ ਹੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਅਰਦਾਸ ਕਰਦੀ, ਮਹਾਰਾਜ ਅਸੀਂ ਪਾਣੀ ਲੈ ਕੇ ਆਉਣਾ ਹੁੰਦਾ, ਜਲ ਲੈ ਕੇ ਆਉਣਾ, ਇਹ ਤੇ ਬਹੁਤ ਜ਼ਿਆਦਾ ਤੰਗ ਕਰਦੇ ਸਾਨੂੰ। ਤੇ ਅੱਗੋਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਜੋ ਬਚਨ ਕੀਤਾ, ਉੱਥੋਂ ਹੁਣ ਕਥਾ ਆਰੰਭ ਹੁੰਦੀ ਹੈ। ਸੱਚੇ ਪਾਤਸ਼ਾਹ ਮਹਾਰਾਜ ਅੱਗੋਂ ਜੋ ਕਰਦੇ ਆ, ਉਹ ਆਪ ਜੀ ਬੜੇ ਪਿਆਰ ਦੇ ਨਾਲ ਸਰਵਣ ਕਰੋ। ਦੋਵੇਂ ਹੱਥ ਜੋੜ ਕੇ ਗੱਜ ਕੇ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਪੁਨ ਅਰਦਾਸ ਕਰੀ ਸਭ ਸੰਗਤ, ਗਾਗਰਨ ਤੋਰੈ ਬਾਲਕ ਪੰਗਤ। ਉਹ ਸੰਗਤ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਅਰਦਾਸ ਸਾਰੀ ਸੰਗਤ ਨੇ ਕੀਤੀ। ਮਹਾਰਾਜ ਇਹ ਹੁਣ ਤੀਜੀ ਵਾਰ ਦੀ ਅਰਦਾਸ ਹੈ। ਮਹਾਰਾਜ ਉਹ ਤੇ ਗਾਗਰਾਂ ਵੀ ਸਾਡੀਆਂ ਭੰਨਣ ਲੱਗ ਪਏ, ਸ਼ੇਖਾਂ ਦੇ ਬੱਚੇ। ਹਾਂਜੀ। ਸੁਨ ਤੂਸ਼ਨ ਕਰੁਣਾ ਕਰ ਹੋਏ, ਉੱਤਰ ਨਾਹੀਂ ਦਇਓ ਤਬ ਕੋਏ। ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਚੁੱਪ ਹੀ ਹੋ ਗਏ ਜੀ। ਮਹਾਰਾਜ ਨੇ ਕੋਈ ਉੱਤਰ ਹੀ ਨਹੀਂ ਦਿੱਤਾ। ਸੰਗਤ ਨੇ ਅਰਦਾਸ ਕੀਤੀ, ਗੁਰੂ ਅਮਰਦਾਸ ਜੀ ਕੋਈ ਉੱਤਰ ਹੀ ਨਾ ਦੇਣ ਜੀ। ਹਾਂਜੀ, ਬੜੇ ਅਚੰਭੇ ਦੀ ਗੱਲ ਹੈ। ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਉੱਤਰ ਹੀ ਕੋਈ ਨਹੀਂ ਦਿੱਤਾ ਜੀ, ਚੁੱਪ ਰਹੇ ਜੀ। ਤੇ ਚੁੱਪ ਰਹਿਣ ਦਾ ਮਤਲਬ ਮੈਂ ਕੱਲ ਵੀ ਬੇਨਤੀ ਕੀਤੀ ਸੀ, ਜੇ ਚੁੱਪ ਰਹਿ ਗਏ ਤੇ ਸਮਝੋ ਰਗੜਾ ਲੱਗ ਗਿਆ ਜੀ ਉਹਨਾਂ ਨੂੰ ਜੀ। ਰੱਬ ਦਾ ਪਿਆਰਾ ਬੋਲ ਪਵੇ ਤੇ ਚੰਗਾ ਹੈ, ਤੁਸੀਂ ਉਹਦੇ ਨਾਲ ਵਧੀਕੀ ਕਰੋ ਤੇ ਉਹ ਚੁੱਪ ਰਹਿ ਜੇ, ਫਿਰ ਰੱਬ ਨਹੀਂ ਤੇ ਬਖਸ਼ਦਾ ਜੀ। ਹਾਂਜੀ। ਤਹਾਂ ਤਬੈ ਸੰਨਿਆਸੀ ਆਏ। ਲਓ ਜੀ, ਮਹਾਰਾਜ ਤੇ ਹੋ ਗਏ ਚੁੱਪ, ਤੇ ਫਿਰ ਸਮਾਂ ਪਤਾ ਕੀ ਬਣਿਆ? ਉੱਥੇ ਸੰਨਿਆਸੀ ਆਏ ਜੀ, ਜੰਗਲਾਂ ਦੇ ਵਿੱਚ ਵਿਚਰਨ ਵਾਲੇ ਸਾਧੂ ਮਹਾਤਮਾ ਆਏ। ਹਾਂਜੀ। ਬਾਲਨ ਤੈਸੇ ਕੀਨੀ ਜਾਏ। ਬਾਲਕਾਂ ਨੇ ਉਹਨਾਂ ਨੂੰ ਵੀ ਤੰਗ ਕਰਨਾ ਸ਼ੁਰੂ ਕਰਤਾ ਜੀ। ਜਿਹਨੂੰ ਇੱਕ ਵਾਰੀ ਕਿਸੇ ਨੂੰ ਤੰਗ ਕਰਨ ਦੀ ਆਦਤ ਬਣੀ ਹੋਵੇ, ਉਹ ਸੁਧਰਦਾ ਨਹੀਂ ਜੀ। ਉਹ ਬੱਚਿਆਂ ਨੇ ਉਹਨਾਂ ਸਾਧੂਆਂ ਨੂੰ ਵੀ ਤੰਗ ਕਰਨਾ ਸ਼ੁਰੂ ਕਰ ਦਿੱਤਾ ਜੀ। ਹਾਂਜੀ। ਨੀਰ ਪੂਰ ਜਬ ਲਿਆਵੈ ਕੋ। ਤੇ ਜਦੋਂ ਉਹ ਸਾਧੂ ਆਪਣੇ ਵਾਸਤੇ ਪਾਣੀ ਭਰ ਕੇ ਲੈ ਕੇ ਆਉਂਦੇ ਸੀ ਨਾ ਜੀ,
ਹਾਂਜੀ। ਤੋਰ ਦੇਤ ਬਿਨ ਬੇਰ ਸੋ ਸੋਊ। ਤੇ ਉਹ ਬੱਚੇ ਉਹਨਾਂ ਸਾਧੂਆਂ ਦੇ ਘੜੇ ਵੀ ਤੋੜ ਦਿੰਦੇ ਜੀ। ਇਹ ਘਟਨਾ ਗੋਇੰਦਵਾਲ ਸਾਹਿਬ ਦੀ ਹੈ। ਹਾਂਜੀ। ਲਾਗਿਓ ਤਹਾਂ ਗੁਲੇਲਾ ਜਾਈ। ਗੁਲੇਲੇ ਮਾਰ ਮਾਰ ਕੇ ਉਹਨਾਂ ਦੇ ਘੜੇ ਤੋੜ ਦਿੰਦੇ ਜੀ। ਹਾਂਜੀ। ਨਿਕਸਿਓ ਨੈਣ ਮਹੰਤ ਤਦਾਈ। ਤੇ ਫਿਰ ਨਾ ਜੀ ਇੱਕ ਦਿਨ ਉਹਨਾਂ ਸੰਤਾਂ ਦਾ ਮਹੰਤ ਜਿਹੜਾ ਵੱਡਾ ਸੀਗਾ ਉਹ ਪਾਣੀ ਲੈਣ ਦੇ ਬਾਹਰ ਗਿਆ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਹਾਂਜੀ। ਸ਼ਸਤਰ ਪਕੜ ਕਰਕੇ ਤੇ ਮਾਰੇ। ਓਏ ਉਹਨਾਂ ਨੇ ਵੱਡੇ ਮਹੰਤ ਦਾ ਵੀ ਘੜਾ ਭੰਨਤਾ ਜੀ, ਫੋੜ ਦਿੱਤਾ। ਤੇ ਜਦੋਂ ਵੱਡੇ ਮਹੰਤ ਦਾ ਵੀ ਉਹਨਾਂ ਘੜਾ ਫੋੜਿਆ ਨਾ, ਹੁਣ ਉਹਦੇ 'ਚ ਇੰਨੀ ਜਰਨ ਸ਼ਕਤੀ ਨਹੀਂ ਜੀ। ਉਹਦੇ ਕੋਲ ਸ਼ਸਤਰ ਸੀਗੇ ਜੀ। ਉਹਨੇ ਬਾਕੀਆਂ ਨੂੰ ਵੀ ਕਿਹਾ ਤੇ ਸ਼ਸਤਰ ਚਲਾਏ ਜੀ ਉਹਨਾਂ ਬੱਚਿਆਂ ਦੇ ਉੱਤੇ। ਹਾਂਜੀ। ਕੇਤੇ ਚੀਰੇ ਕੇਤੇ ਫਾਰੇ। ਗੱਜ ਕੇ ਆਖੋ। ਉਹ ਗੁਰੂ ਸਾਹਿਬ ਤੇ ਨਹੀਂ ਨਾ ਬੋਲੇ ਜੀ, ਰੱਬ ਆਪੇ ਹੀ ਕੰਮ ਕਰ ਦਿੱਤਾ ਜੀ। ਰੱਬ ਨੇ ਕਈ ਬੱਚੇ ਸ਼ੇਖਾਂ ਦੇ ਲੜਕੇ ਮਾਰ ਦਿੱਤੇ ਤੇ ਕਈਆਂ ਨੂੰ ਜਿਉਂਦਿਆਂ ਨੂੰ ਹੀ ਫਾੜ ਦਿੱਤਾ ਜੀ ਉਹਨਾਂ ਨੇ ਜੀ। ਉਹ ਗੁੱਸੇ 'ਚ ਆਏ ਜੀ। ਹਾਂਜੀ। ਤੇਹੀ ਸਮੇਂ ਤੁਰਕਨ ਕੋ ਡੇਰਾ। ਉਧਰੋਂ ਸ਼ੇਖਾਂ ਦੇ ਬਹੁਤੇ ਬੱਚੇ ਮਰ ਗਏ ਜੀ। ਤੇ ਸਾਧ ਸੰਗਤ ਜੀ ਉਧਰੋਂ ਤੁਰਕਾਂ ਦੀ ਇੱਕ ਫੌਜ ਆਈ ਜੀ। ਹਾਂਜੀ। ਪਰਿਓ ਆਏ ਪੁਰ ਕੇ ਚੌਫੇਰਾ। ਉਹ ਗੋਇੰਦਵਾਲ ਸਾਹਿਬ ਦੇ ਆਲੇ ਦੁਆਲੇ ਆ ਕੇ ਬੈਠ ਗਈ ਜੀ ਫੌਜ ਜਿਹੜੀ ਸੀਗੀ। ਹਾਂਜੀ। ਖਚਰਨ ਧਨ ਕੀ ਲੱਦੀ ਅਨੇਕਾ। ਉਹਨਾਂ ਦੇ ਕੋਲ ਖੱਚਰਾਂ ਦੇ ਉੱਤੇ ਮਾਇਆ ਲੱਦੀ ਹੋਈ ਸੀ ਤੇ ਬੜੀਆਂ ਖੱਚਰਾਂ ਤੇ ਲੱਦੀ ਹੋਈ ਸੀਗੀ ਜੀ। ਹਾਂਜੀ। ਉੱਤਰੀ ਆਏ ਰਹਿਣ ਕਰ ਟੇਕਾ। ਰਾਤ ਰਹਿਣਾ ਸੀਗਾ। ਉਹ ਫੌਜਾਂ ਜਿਹੜੀਆਂ ਉਹ ਗੋਇੰਦਵਾਲ ਸਾਹਿਬ ਦੇ ਲਾਗੇ ਰਹਿ ਪਈਆਂ ਜੀ। ਹਾਂਜੀ। ਪ੍ਰਾਤ ਕਾਲ ਚਲਬੋ ਤਿਨ ਕੀਨੋ। ਜਦੋਂ ਸਵੇਰੇ ਉਹਨਾਂ ਫੌਜਾਂ ਨੇ ਚੱਲਣ ਦੀ ਤਿਆਰੀ ਕੀਤੀ ਨਾ ਜੀ ਉੱਥੋਂ। ਹਾਂਜੀ। ਆਂਧੀ ਆਈ ਪ੍ਰਲੈ ਸੀ ਚੀਨੋ। ਬਸ ਸਵੇਰੇ ਹਨੇਰੀ ਆਉਣੀ ਸ਼ੁਰੂ ਹੋ ਗਈ ਜੀ। ਇੱਕਦਮ ਬੜੀ ਹਨੇਰੀ ਤੂਫਾਨ ਵਗਣਾ ਸ਼ੁਰੂ ਹੋ ਗਿਆ। ਹਾਂਜੀ। ਆਪਣੋ ਪਰੋ ਨਾ ਦੇਖਿਓ ਜਾਈ। ਉਹ ਇੱਕਦਮ ਉਦੋਂ ਰਾਹ ਕੱਚੇ ਸਨ। ਹੁਣ ਇੱਥੇ ਸ਼ਹਿਰਾਂ ਵਿੱਚ ਨਹੀਂ ਮਿੱਟੀ ਉੱਡਦੀ, ਕੱਚੀਆਂ ਥਾਵਾਂ ਤੇ ਰਾਜਸਥਾਨ 'ਚ ਅੱਜ ਵੀ ਹਨੇਰੀ ਆਉਂਦੀ ਤੇ ਬਹੁਤ ਮਿੱਟੀ ਘੱਟਾ ਉੱਡਦਾ ਜੀ। ਉਦੋਂ ਰਾਹ ਕੱਚੇ ਸਨ, ਬਹੁਤ ਜ਼ਿਆਦਾ ਮਿੱਟੀ ਉੱਡਣੀ ਸ਼ੁਰੂ ਹੋ ਗਈ ਜੀ। ਹਾਂਜੀ। ਜਨ ਸਕਲੇ ਪੇ ਅੰਧ ਤਦਾਈ। ਆਪਣਾ ਪਰਾਇਆ ਵੀ ਨਹੀਂ ਵੇਖਦਾ ਜੀ। ਇੰਨੀ ਜ਼ਿਆਦਾ ਹਨੇਰੀ ਆਈ, ਮਿੱਟੀ ਉੱਡੀ, ਬੰਦਾ ਬੰਦੇ ਨੂੰ ਵੇਖ ਨਹੀਂ ਸਕਦਾ ਜੀ। ਜਦੋਂ ਅੱਖਾਂ ਹੀ ਬੰਦ ਹੋ ਗਈਆਂ ਤੇ ਵੇਖਣਾ ਕੀ ਜੀ ਕਿਸੇ ਨੇ। ਹਾਂਜੀ। ਬਾਏ ਲਾਗ ਗਿਰਹਿ ਨਰ ਘੋਰੇ। ਹਵਾ ਦੇ ਜ਼ੋਰ ਨਾਲ ਘੋੜੇ ਵੀ ਜਿਹੜੇ ਸੀ ਨਾ ਜੀ ਉਹ ਆਪੇ ਹੀ ਤੁਰੀ ਗਏ ਜੀ। ਆਪੇ ਹੀ ਤੁਰੀ ਗਏ। ਰੁੱਖ ਬੜੇ ਪੁੱਟੇ ਗਏ ਜੀ। ਹਾਂਜੀ। ਖੱਚਰ ਭਾਜੀ ਤਬਪੁਰ ਓਰੇ। ਉਹ ਜਿੰਨਾ ਖੱਚਰਾਂ ਤੇ ਮਾਇਆ ਲੱਦੀ ਸੀਗੀ ਉਹ ਵੀ ਖੱਚਰਾਂ ਭੱਜ ਭੁੱਜ ਗਈਆਂ ਜੀ। ਹਾਂਜੀ। ਬਰੀ ਜਾਏ ਤਿਨ ਤੁਰਕਨ ਧਾਮਾ। ਤੇ ਉਹ ਜਾ ਕੇ ਨਾ ਜੀ ਖੱਚਰਾਂ ਉਹਨਾਂ ਸ਼ੇਖਾਂ ਦੇ ਘਰਾਂ 'ਚ ਵੜ ਗਈਆਂ। ਗੱਜ ਕੇ ਆਖੋ ਵਾਹਿਗੁਰੂ। ਗੁਰੂ ਨਾਲ ਲੈਂਦੇ ਸੀਗੇ, ਵੈਰ ਵਿਰੋਧ ਕਰਦੇ ਸੀ ਨਾ ਜੀ, ਉਹ ਰੱਬ ਨੇ ਹੀ ਖੇਡ ਕਮਾ ਦਿੱਤੀ ਜੀ ਕੋਈ ਜੀ। ਹਾਂਜੀ। ਗੁਰਸੋਂ ਕਰਤ ਵਿਰੋਧ ਜੇ ਗ੍ਰਾਮਾ। ਗਈਆਂ ਵੀ ਖੱਚਰਾਂ ਉਹਨਾਂ ਦੇ ਘਰਾਂ 'ਚ ਜਿਹੜੇ ਸ਼ੇਖ ਗੁਰੂ ਜੀ ਦਾ ਵਿਰੋਧ ਕਰਦੇ ਸੀਗੇ ਜੀ। ਕਿਸੇ ਹੋਰ ਦੇ ਘਰਾਂ 'ਚ ਨਹੀਂ ਗਈਆਂ ਜੀ। ਹਾਂਜੀ। ਤਾਤਕਾਲ ਤਿਨ ਅੰਤਰ ਪਾਈ। ਉਹ ਤੁਰੰਤ ਹੀ ਸ਼ੇਖਾਂ ਨੇ ਵੇਖਿਆ ਵੀ ਇਹ ਤੇ ਮਾਇਆ ਦਾ ਲੱਦੀਆਂ ਹੋਈਆਂ ਨੇ। ਤੇ ਤੁਹਾਨੂੰ ਪਤਾ ਫਿਰ ਲਾਲਚ ਤੇ ਗੇੜਾ ਮਾਰਦਾ ਹੀ ਹੈ ਬੰਦੇ ਅੰਦਰ। ਗੱਜ ਕੇ ਆਖੋ ਵਾਹਿਗੁਰੂ। ਘਰ ਆਈ ਲక్ష్ਮੀ ਨੂੰ ਕੌਣ ਮੋੜਦਾ ਜੀ। ਉਹਨਾਂ ਨੇ ਆਪਣੇ ਘਰਾਂ 'ਚ ਰੱਖ ਲੀਆਂ ਜੀ ਖੱਚਰਾਂ। ਹਾਂਜੀ। ਖੁਰਾ ਖੋਜ ਜਾਣਿਓ ਨਹਿ ਜਾਈ। ਮਤਲਬ ਲੁਕਾ ਲਈਆਂ ਜੀ। ਉਹ ਮਾਇਆ ਚੁੱਕ ਕੇ ਲੁਕਾ ਲਈ ਸਾਰੇ ਵੀ ਪਤਾ ਹੀ ਨਾ ਲੱਗੇ ਕਿਸੇ ਨੂੰ। ਹਾਂਜੀ। ਆਂਧੀ ਹਟੀ ਭਇਓ ਉਜਿਆਰਾ। ਸਮੇਂ ਨਾਲ ਹਨੇਰੀ ਸ਼ਾਂਤ ਹੋ ਗਈ ਜੀ, ਚਾਨਣ ਹੋਇਆ ਜੀ। ਹਾਂਜੀ। ਖੱਚਰ ਦੇਖਣ ਲੱਗੇ ਅਪਾਰਾ। ਫੌਜਾਂ ਜਿਹੜੀਆਂ ਸਨ ਉਹ ਖੱਚਰਾਂ ਲੱਭਣ ਲੱਗ ਪਈਆਂ। ਗੱਜ ਕੇ ਆਖੋ ਮਾਇਆ ਲੱਦੀ ਹੈ, ਖੱਚਰਾਂ ਕਿੱਥੇ ਨੇ। ਹਾਂਜੀ। ਟੋਲ ਟੋਲ ਬਹੁ ਰਹੇ ਨਾ ਪਾਈ। ਉਹ ਬੜਾ ਲੱਭਦੇ ਆ ਜੀ, ਖੱਚਰਾਂ ਲੱਭਦੇ ਆ। ਖੱਚਰਾਂ ਦੀ ਗੱਲ ਨਹੀਂ, ਗੱਲ ਤੇ ਮਾਇਆ ਦੀ ਸੀਗੀ। ਮਾਇਆ ਉਹ ਖੱਚਰਾਂ ਲੱਭਣ ਨਾ ਜੀ। ਹਾਂਜੀ। ਹੋਏ ਨਿਰਾਸ ਜਬ ਚੱਲੇ ਮੁਰਾਈ। ਤੇ ਜਦੋਂ ਮੁੜ ਕੇ ਵਾਪਸ ਚਲੇ ਨਾ ਜੀ ਉਹ
ਹਾਂਜੀ ਗ੍ਰਹਿ ਅੰਤਰ ਖੱਚਰ ਜਬ ਬੋਲੀ। ਗੱਜ ਕੇ ਆਖੋ। ਉਹ ਤੇ ਵਾਪਸ ਚੱਲੇ ਸੀਗੇ ਤੇ ਇੱਕ ਸ਼ੇਖ ਦੇ ਘਰ ਵਿੱਚ ਲੁਕਾਈ ਹੋਈ ਜਿਹੜੀ ਖੱਚਰ ਸੀ ਉਹ ਬੋਲ ਪਈ ਜੀ। ਹਾਂਜੀ ਉਹਦਾ ਥੋੜੀ ਉਹ ਮੂੰਹ ਬੰਦ ਕਰ ਸਕਦੇ ਸੀਗੇ ਜੀ। ਹੁਣ ਉਹ ਲੁਕੀ ਸੀਗੀ ਜੀ, ਲੁਕਾਈ ਸੀ, ਪਰ ਜਦੋਂ ਉਹ ਖੱਚਰ ਬੋਲੀ ਆਵਾਜ਼ ਸਿਪਾਹੀਆਂ ਦੇ ਕੰਨ 'ਚ ਪੈ ਗਈ ਜੀ। ਹਾਂਜੀ ਬੜੇ ਸਿਪਾਹੀ ਲੀਨਸ ਖੋਲੀ। ਸਿਪਾਹੀ ਬੜੇ ਜੀ ਉਹ ਘਰ ਵਿੱਚ ਗਏ ਜੀ। ਉਹਨਾਂ ਵੇਖਿਆ ਵੀ ਖੱਚਰ ਤੇ ਇਹਨਾਂ ਦੇ ਘਰ 'ਚ ਮਾਇਆ ਇੱਕ ਬੰਨੇ ਰੱਖੀ ਇਹਨਾਂ ਨੇ। ਉਹਨਾਂ ਨੂੰ ਗੁੱਸਾ ਚੜਿਆ, ਅਸੀਂ ਲੱਭ ਰਹੇ ਹਾਂ, ਇਹਨਾਂ ਨੂੰ ਪਤਾ ਇਹਨਾਂ ਦੱਸਿਆ ਨਹੀਂ, ਸਰਕਾਰੀ ਖਜ਼ਾਨਾ। ਹਾਂਜੀ ਜ਼ਪਤ ਕਰਿਓ ਕਰ ਬਾਹਰ ਤਿੰਨ ਕੋ। ਉਹ ਫਿਰ ਉਹਨਾਂ ਕਿਹਾ ਵੀ ਸਾਰੇ ਸ਼ੇਖਾਂ ਦੇ ਘਰ ਵੇਖੋ, ਗੱਜ ਕੇ ਆਖੋ। ਤੇ ਹਰ ਸ਼ੇਖ ਦੇ ਘਰ ਵਿੱਚ ਨਾ ਇੱਕ ਇੱਕ ਖੱਚਰ ਲੁਕੀ ਬੈਠੀ ਸੀਗੀ ਜੀ, ਲੁਕਾਈ ਸੀ ਉਹਨਾਂ ਨੇ ਜੀ। ਤੇ ਜਦੋਂ ਕੀਤੀ ਗਈ ਤਲਾਸ਼ੀ ਤੇ ਸ਼ੇਖ ਪਾਏ ਗਏ ਦੋਸ਼ੀ ਜੀ। ਵੇਖ ਲਓ ਉਹਨਾਂ ਖੱਚਰਾਂ ਨੂੰ ਕਿੰਨੇ ਪ੍ਰੇਰਣਾ ਦਿੱਤੀ ਵੀ ਉਧਰ ਜਾਓ। ਉਹਨਾਂ ਨੂੰ ਰੱਬ ਨੇ ਪ੍ਰੇਰਣਾ ਦਿੱਤੀ ਜੀ। ਕਿਉਂ? ਉਹ ਗੁਰੂ ਸਾਹਿਬ ਨਾਲ ਵੈਰ ਵਿਰੋਧ ਕਰਦੇ ਸੀਗੇ ਤੇ ਗੁਰੂ ਸਾਹਿਬ ਅੱਗੋਂ ਚੁੱਪ ਸਨ ਜੀ। ਹਾਂਜੀ ਗੁਰ ਸੋ ਬੈਰ ਹੁਤੋ ਥੋ ਜਿਨ ਕੋ ਕੇਤਕ ਫਾਂਸੀ ਦੀਨ ਉਠਾਈ। ਵੱਡਾ ਫੌਜਦਾਰ ਜਿਹੜਾ ਸੀ ਨਾ, ਉਹਨੇ ਉਸੇ ਵੇਲੇ ਹੀ ਹੁਕਮ ਕਰ ਦਿੱਤਾ, ਕਹਿਣ ਲੱਗਾ ਇਹਨਾਂ ਨੇ ਸਰਕਾਰੀ ਖਜ਼ਾਨਾ ਲੁਕਾਇਆ, ਉਹਦੀ ਸਜ਼ਾ ਦਿਓ, ਫਾਂਸੀ ਚਾੜ ਦਿਓ ਤੇ ਹੁਣੇ ਹੀ ਮਾਰ ਦਿਓ ਜੀ। ਕਈਆਂ ਨੂੰ ਫਾਂਸੀ ਦੇ ਉੱਤੇ ਹੀ ਮਾਰ ਦਿੱਤਾ ਜੀ। ਹਾਂਜੀ ਕੇਤਕ ਕੀ ਪਤ ਤਬ ਉਤਰਾਈ। ਕਈਆਂ ਤੇ ਹੋਰ ਬੜਾ ਜ਼ੁਲਮ ਹੋਇਆ ਜੀ। ਹਾਂਜੀ ਗੁਰ ਪੈ ਸਿੱਖਨ ਕਹੀ ਸਪੂਰਨ। ਤੇ ਕਰਦਿਆਂ ਕਰਦਿਆਂ ਸਿੱਖਾਂ ਨੂੰ ਪਤਾ ਲੱਗ ਗਿਆ ਜੀ। ਹਾਂਜੀ ਉਹਨਾਂ ਨੂੰ ਪਤਾ ਲੱਗਾ ਇਹ ਉਹ ਬੰਦਿਆਂ ਨਾਲ ਹੋਇਆ ਜਿਹੜੇ ਗੁਰੂ ਨਾਲ ਵੈਰ ਵਿਰੋਧ ਕਰਦੇ ਸੀਗੇ। ਤੁਹਾਨੂੰ ਪਤਾ ਸਿੱਖਾਂ ਨੇ ਖੁਸ਼ ਹੋਣਾ ਹੀ ਸੀਗਾ, ਦੋਖੀਆਂ ਦਾ ਨਾਸ ਹੋਇਆ। ਸਿੱਖਾਂ ਨੇ ਇਹ ਗੱਲ ਆ ਕੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੂੰ ਦੱਸੀ, ਮਹਾਰਾਜ ਉਹ ਜਿਹੜੇ ਸ਼ੇਖਾਂ ਦੇ ਬੱਚੇ ਸੰਗਤਾਂ ਨੂੰ ਤੰਗ ਕਰਦੇ ਸੀ ਨਾ ਮਹਾਰਾਜ, ਉਹ ਖਤਮ ਹੋ ਗਏ ਨੇ। ਹਾਂਜੀ ਸੁਨ ਗੁਰ ਕਹਿਤ ਭਏ ਤਬ ਤੂਰਨ। ਤੇ ਗੱਜ ਕੇ ਆਖੋ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਹੁਣ ਗੱਲ ਧਿਆਨ ਨਾਲ ਸੁਣਿਓ। ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਇਹ ਗੱਲ ਸੁਣ ਕੇ ਗੁਰਸਿੱਖਾਂ ਨੂੰ ਸਮਝਾਉਣ ਲੱਗੇ ਜੀ। ਹਾਂਜੀ ਏਕ ਸੰਤ ਪੈ ਸਿੱਖ ਸੋ ਬੋਲਿਓ, ਸੋ ਸੁਨਹੁ ਧਰ ਧਿਆਨ ਅਮੋਲਿਓ। ਮਹਾਰਾਜ ਗਰੀਬ ਨਵਾਜ ਕਹਿਣ ਲੱਗੇ, ਪਿਆਰਿਓ ਇੱਕ ਸੰਤ ਨੇ ਆਪਣੇ ਬੱਚਿਆਂ ਨੂੰ ਭਾਵ ਆਪਣੇ ਸਿੱਖਾਂ ਨੂੰ ਸਿੱਖਿਆ ਦਿੱਤੀ ਸੀਗੀ, ਸ਼ੁਭ ਮੱਤ ਦਿੱਤੀ। ਮਹਾਰਾਜ ਕਹਿੰਦੇ ਉਹ ਧਿਆਨ ਨਾਲ ਸੁਣੋ ਸਾਰੇ, ਤੇ ਇਹ ਨਾ ਸਮਝਿਓ ਵੀ ਮਹਾਰਾਜ ਗੋਇੰਦਵਾਲ ਸਾਹਿਬ 'ਚ ਬੈਠੇ ਸਿੱਖਾਂ ਨੂੰ ਕਹਿ ਰਹੇ ਹੈ, ਸੁਰਤ ਖੜੋ ਆਪਣੀ ਗੋਇੰਦਵਾਲ ਸਾਹਿਬ ਵਿੱਚ ਤੇ ਮਹਿਸੂਸ ਕਰੋ ਵੀ ਮਹਾਰਾਜ ਸਾਨੂੰ ਵੀ ਕਹਿ ਰਹੇ ਹੈ। ਹਾਂਜੀ ਜੇ ਕਾਹੂ ਕੋ ਬੁਰਾ ਕਰਾਵੇ ਤੋ ਕਿਆ ਕਰੈ ਕਹੋ ਸੁਖ ਦਾਵੇ। ਸਿੱਖਾਂ ਨੇ ਸੰਤ ਨੇ ਆਪਣੇ ਚੇਲਿਆਂ ਨੂੰ ਦੱਸਿਆ ਵੀ ਇੱਕ ਵਾਰੀ ਕਿਸੇ ਨੇ ਸਵਾਲ ਕੀਤਾ ਕਿ ਜੇ ਕੋਈ ਤੁਹਾਡਾ ਬੁਰਾ ਕਰੇ ਤੇ ਫਿਰ ਸਾਨੂੰ ਕੀ ਕਰਨਾ ਚਾਹੀਦਾ ਜੀ। ਹੁਣ ਇਹ ਸਵਾਲ ਲਗਭਗ ਸਾਰਿਆਂ ਦਾ ਹੀ ਹੈਗਾ ਜੀ। ਆਪਣੇ ਜ਼ਿੰਦਗੀ 'ਚ ਕੋਈ ਨਾ ਕੋਈ ਇੱਕ ਅੱਧਾ ਬੰਦਾ ਹੁੰਦਾ ਹੀ ਹੈ ਇਹੋ ਜਿਹਾ ਜੀ, ਇੱਕ ਅੱਧਾ ਹੁੰਦਾ ਹੀ ਹੁੰਦਾ ਜੀ। ਇਹ ਨੋਰਮਲ ਗੱਲ ਹੈ। ਸਵਾਲ ਕੀਤਾ ਵੀ ਜੇ ਕੋਈ ਤੁਹਾਡੇ ਨਾਲ ਬੁਰਾ ਕਰੇ ਤਾਂ ਕੀ ਕਰਨਾ ਚਾਹੀਦਾ, ਮਹਾਂਪੁਰਖੋ ਸਾਨੂੰ ਦੱਸੋ। ਤੇ ਅੱਗੋਂ ਮਹਾਂਪੁਰਖਾਂ ਨੇ ਇਹ ਗੱਲ ਦੱਸੀ ਜੀ। ਹਾਂਜੀ ਭਲਾ ਕਰੈ ਜੋ ਬੁਰਾ ਕਰਾਵੇ। ਕਹਿਣ ਲੱਗੇ ਭਾਈ ਤੁਸੀਂ ਕਿਸੇ ਦਾ ਭਲਾ ਕਰੋ, ਉਹ ਅੱਗੋਂ ਤੁਹਾਡੇ ਨਾਲ ਬੁਰਾ ਕਰੀ ਜਾਵੇ। ਹਾਂਜੀ ਬਦਲਾ ਲੇਵਨ ਤੇ ਹਟ ਜਾਵੇ। ਤੇ ਪਹਿਲਾਂ ਤੁਸੀਂ ਆਪਣੇ ਮਨ 'ਚ ਇਹ ਭਾਵਨਾ ਰੱਖਣੀ ਵੀ ਉਹਦੇ ਨਾਲ ਬਦਲਾ ਨਹੀਂ ਲੈਣਾ ਜੀ। ਗੱਜ ਕੇ ਆਖੋ ਵਾਹ। ਇਹ ਭਾਵਨਾ ਪਹਿਲੀ ਰੱਖਣੀ ਜੀ। ਤੇ ਅੱਜ ਆਪਣਾ ਬਹੁਤਿਆਂ ਦਾ ਇਹੋ ਹੀ ਹਾਲ ਹੈ ਜੀ। ਕੋਈ ਕਰੇ ਹਾਂ ਬੁਰਾ, ਆਪਾਂ ਕਹਿੰਦੇ ਕੋਈ ਨਹੀਂ ਕਾਕਾ ਸਮਾਂ ਆ ਲੈਣ ਦੇ ਸਾਡਾ, ਅਸੀਂ ਵੀ ਤੈਨੂੰ ਦੱਸਾਂਗੇ।
ਤੇ ਹੁੰਦਾ ਕੀ ਹੈ, ਉਹ ਆਪਣਾ ਹੀ ਮਨ ਪਰੇਸ਼ਾਨ ਹੁੰਦਾ ਰਹਿੰਦਾ ਜੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬੜੀ ਉੱਤਮ ਸਿੱਖਿਆ। ਕਹਿਣ ਲੱਗੇ ਪਹਿਲੀ ਗੱਲ, ਬਦਲਾ ਲੇਵਨ ਤੇ ਹਟ ਜਾਵੇ। ਮਨ 'ਚ ਇਹ ਭਾਵਨਾ ਨਹੀਂ ਰੱਖਣੀ ਵੀ ਮੈਂ ਇਹਦੇ ਤੋਂ ਬਦਲਾ ਲੈਣਾ ਹੈ। ਹਾਂਜੀ। ਫੇਰ ਕਰੈ ਤੋ ਕਰ ਹੈ। ਤੇ ਸਿੱਖ ਕਹਿਣ ਲੱਗੇ ਜੀ ਕੋਈ ਨਹੀਂ, ਅਸੀਂ ਉਹਦੇ ਨਾਲ ਬੁਰਾ ਨਹੀਂ ਕਰਾਂਗੇ, ਬਦਲੇ ਦੀ ਭਾਵਨਾ ਨਹੀਂ ਰੱਖਾਂਗੇ, ਪਰ ਜੇ ਉਹ ਫੇਰ ਸਾਡੇ ਨਾਲ ਬੁਰਾ ਕਰੇ, ਕੱਜ ਕੇ ਆਖੋ ਵਾਹਿਗੁਰੂ। ਤੁਸੀਂ ਇੱਕ ਵਾਰੀ ਮਾਫ ਕਰਤਾ, ਉਹਨੇ ਫਿਰ ਬੁਰਾ ਕੀਤਾ ਜੀ। ਹਾਂਜੀ। ਤਉ ਭਲਿਆਈ ਬਹੁ ਦੁੱਖ ਭਰ ਹੈ। ਤੇ ਭਲਿਆਈ ਦੀ ਥਾਂ ਤੇ ਉਹ ਸਾਨੂੰ ਹੋਰ ਦੁੱਖ ਦਵੇ, ਤੇ ਫਿਰ ਕੀ ਕਰਨਾ ਚਾਹੀਦਾ? ਹਾਂਜੀ। ਕਰਨੇ ਜੋਗਾ ਰਹਿ ਨਾ ਸੋਊ, ਆਪੇ ਹੀ ਮਰ ਜਾ ਹੈ ਸੋ। ਤੇ ਸੱਚੇ ਪਾਤਸ਼ਾਹ ਕਹਿਣ ਲੱਗੇ ਤੁਸੀਂ ਤਾਂ ਵੀ ਭਲਿਆਈ ਕਰਨੀ ਹੈ। ਗੱਜ ਕੇ ਆਖੋ ਵਾਹਿਗੁਰੂ। ਕਹਿੰਦੇ ਮਹਾਰਾਜ ਸੰਤ ਨੂੰ ਕਹਿਣ ਲੱਗੇ ਉਹਦੇ ਚੇਲੇ ਵੀ ਜੇ ਉਹ ਫੇਰ ਬੁਰਾ ਕਰੇ, ਕਹਿੰਦੇ ਤੁਸੀਂ ਫਿਰ ਵੀ ਭਲਿਆਈ ਕਰਨੀ ਹੈ, ਤੁਸੀਂ ਭਲਿਆਈ ਕਰਨੀ ਨਹੀਂ ਛੱਡਣੀ, ਬੁਰਾ ਕਰਨ ਵਾਲਾ ਆਪੇ ਹੀ ਮਰ ਜਾਏਗਾ। ਕਹਿਣ ਲੱਗੇ ਬੁਰਾ ਕਰਨ ਵਾਲਾ ਆਪੇ ਮਰ ਜਾਏਗਾ। ਵੇਖ ਲਓ ਮਹਾਰਾਜ ਨੇ 3 ਵਾਰੀ ਉਹਨਾਂ ਨੂੰ ਕੁਝ ਨਹੀਂ ਕਿਹਾ। ਰੱਬ ਵੀ ਵੇਖਦਾ ਹੈ, ਪਰਮੇਸ਼ਰ ਵੀ ਵੇਖਦਾ ਹੈ ਵੀ ਤੁਸੀਂ ਕਿਸੇ ਦਾ ਭਲਾ ਕਰ ਰਹੇ ਹੋ, ਉਹ ਬਾਰ-ਬਾਰ ਬੁਰਾ ਕਰ ਰਿਹਾ, ਤੁਸੀਂ ਉਹਨੂੰ ਕੁਝ ਨਹੀਂ ਕਹਿ ਰਹੇ। ਗੱਲ ਰੱਬ ਤੇ ਰੱਖੀ ਹੈ, ਫਿਰ ਰੱਬ ਫੈਸਲਾ ਕਰਦਾ ਜੀ। ਇੱਕ ਨਿੱਕੀ ਜੀ ਕਥਾ ਹੈ, ਨਿੱਕੀ ਜੀ ਕਥਾ, ਇਹਨੂੰ ਦੂਜੇ ਬੰਨੇ ਨਾ ਜੋੜਿਓ। ਅੱਜ ਮੈਨੂੰ ਮਾਫ ਕਰਿਓ, ਪੁਰਾਣੇ ਸਾਡੇ ਯੁੱਗਾਂ ਦੇ ਜਿਹੜੇ ਅਵਤਾਰ ਹੋਏ, ਪੁਰਾਣੇ ਯੁੱਗਾਂ ਦੇ, ਉਹਨਾਂ ਦਾ ਨਾਮ ਗੁਰਬਾਣੀ 'ਚ ਲਿਖਿਆ, ਪਰ ਜੇ ਕਿਤੇ ਸਟੇਜ ਤੇ ਗੱਲ ਕਰ ਦਈਏ ਨਾ ਉਹਨਾਂ ਦੀ, ਤੇ ਲੋਕ ਸਹਿੰਦੇ ਨਹੀਂ ਅੱਜ ਕੱਲ੍ਹ ਦੇ। ਕ੍ਰਿਸ਼ਨ ਜੀ ਦਾ ਕੋਈ ਭਗਤ ਸੀਗਾ ਜੀ, ਮੈਂ ਪਹਿਲਾਂ ਬੇਨਤੀ ਕੀਤੀ ਤੱਤ ਲਿਓ। ਤੇ ਕ੍ਰਿਸ਼ਨ ਜੀ ਦੀ ਭਗਤ ਪਤਨੀ ਕਹਿਣ ਲੱਗੀ ਜੀ ਤੁਹਾਡੇ ਸੇਵਕ ਦਾ ਬੁਰਾ ਕਰਨ ਦੇ ਹੈ, ਤੁਸੀਂ ਜਾ ਕੇ ਮਦਦ ਕਰੋ। ਜਦੋਂ ਉਹਨੂੰ ਕ੍ਰਿਸ਼ਨ ਜੀ ਗਏ ਨਾ ਜੀ, ਤੇ ਸੇਵਕ ਨੇ ਆਪਣੇ ਹੱਥ 'ਚ ਵੱਟਾ ਫੜਿਆ ਹੋਇਆ ਸੀਗਾ ਜੀ, ਜਿਹੜਾ ਬੰਦਾ ਬੁਰਾ ਕਰ ਰਿਹਾ ਸੀ ਨਾ ਉਹਨੂੰ ਮਾਰਨ ਵਾਸਤੇ ਜੀ। ਵੱਟਾ ਫੜਿਆ ਸੀਗਾ ਤੇ ਉਹ ਵਾਪਸ ਮੁੜ ਆਏ ਜੀ। ਪਤਨੀ ਪੁੱਛਦੀ ਕੀ ਗੱਲ ਵਾਪਸ ਆ ਗਏ ਹੋ? ਕਹਿੰਦੇ ਮੈਂ ਗਿਆ ਸਾਂ ਉਹਦੀ ਮਦਦ ਕਰਨ, ਪਰ ਉਹਨੂੰ ਮੇਰੇ ਤੇ ਭਰੋਸਾ ਨਹੀਂ ਸੀ ਹੈਗਾ, ਉਹਨੇ ਆਪ ਵੱਟਾ ਫੜਿਆ ਸੀ, ਮੈਂ ਮਾਰ ਕੇ ਸਿਰ ਪਾੜਨਾ ਉਹਦਾ। ਕਹਿੰਦੇ ਫਿਰ ਲੱਗਾ ਰਵੇ। ਤੇ ਭਾਈ ਗੁਰਦਾਸ ਜੀ ਲਿਖਦੇ ਨਾ, ਅੰਦਰ ਸਭਾ ਦੁਸ਼ਾਸਨ ਹੈ, ਹਾਂ ਕ੍ਰਿਸ਼ਨ ਕਰੇ ਬਿਲ ਲਾਂਦੀ। ਪੰਚਾਲੀ ਦੀ ਕਥਾ ਜੀ। ਜਦੋਂ ਉਹਦੀ ਸਾੜੀ ਲਾ ਰਹੇ ਹੈ, ਉਹਨੂੰ ਆਪਣਾ ਤਾਣ ਸੀਗਾ ਜੀ, ਪਹਿਲਾਂ ਉਹਨੇ ਆਪ ਆਪਣੀ ਸਾੜੀ ਬਚਾਈ ਜੀ, ਪਰ ਉਹ ਸਾਹਮਣੇ ਤਾਕਤਵਰ ਸੀਗਾ ਦੁਸ਼ਾਸਨ, ਉਹ ਸਾੜੀ ਖਿੱਚੀ ਗਿਆ ਉਹਦੀ ਜੀ। ਫਿਰ ਉਹਨੇ ਆਪਣੇ ਪਤੀਆਂ ਵੱਲ ਵੇਖਿਆ ਜੀ, 5 ਘਰ ਵਾਲੇ ਉਹਦੇ ਉੱਥੇ ਬੈਠੇ ਸੀਗੇ ਜੀ, 5 ਨੇ ਧੌਣ ਨੀਵੀਂ ਕਰ ਲਈ ਜੀ। ਉਹਨੇ ਜ਼ੋਰ ਨਾਲ ਸੋਚਿਆ ਵੀ ਮੈਂ ਆਪਣੇ ਆਪ ਨੂੰ ਬਚਾ ਸਕਾਂ, ਪਰ ਨਹੀਂ ਬਚਾ ਨਹੀਂ ਸਕੀ। ਫਿਰ ਉਹਨੇ ਆਪਣੀ ਸਾੜੀ ਆਪਣੇ ਦੰਦਾਂ ਦੇ ਥੱਲੇ ਦੇ ਲਈ ਜੀ। ਜਦੋਂ ਉਹਨੇ ਦੰਦਾਂ ਹੇਠਾਂ ਆਪਣੀ ਸਾੜੀ ਦਿੱਤੀ ਤਾਂ ਵੀ ਉਹਨਾਂ ਨੇ ਖਿੱਚ ਲਈ ਜੀ। ਤੇ ਬਿਲਕੁਲ ਹੀ ਜਦੋਂ ਥੋੜਾ ਜਿਹਾ ਬਸਤਰ ਰਹਿ ਗਿਆ ਨਾ, ਫਿਰ ਉਹਨੇ ਯਾਦ ਕੀਤਾ ਜੀ ਭਗਵਾਨ ਨੂੰ, ਪਰਮੇਸ਼ਰ ਨੂੰ। ਤੇ ਜਦੋਂ ਥੋੜਾ ਜਿਹਾ ਰਹਿ ਗਿਆ, ਇਕਾਗਰ ਇੰਨੀ ਜ਼ਿਆਦਾ ਹੋ ਗਈ, ਅਰਦਾਸ ਹੋਈ ਤੇ ਅਰਦਾਸ ਰੱਬ ਤੱਕ ਪਹੁੰਚ ਗਈ। ਉਹ ਖਿੱਚੀ ਗਿਆ, ਪਰਮੇਸ਼ਰ ਨੇ ਕੱਪੜਾ ਹੀ ਨਹੀਂ ਮੁੱਕਣ ਦਿੱਤਾ ਜੀ। ਭਾਈ ਗੁਰਦਾਸ ਜੀ ਲਿਖਦੇ, ਕੱਪੜ ਕੋਟ ਉਸਾਰਿਆਨ, ਬੜਾ ਕੱਪੜਾ ਰੱਬ ਨੇ ਲਾਤਾ, ਉਹ ਇੱਕੋ ਸਾੜੀ ਨਹੀਂ ਮੁੱਕੀ ਜੀ, ਇੱਕੋ ਸਾੜੀ ਨਹੀਂ ਮੁੱਕੀ ਜੀ।
ਪਰ ਜਿੰਨਾ ਚਿਰ ਤੱਕ ਪਿਆਰਿਓ ਉਹਨੇ ਆਪਣਾ ਤਾਣ ਰੱਖਿਆ, ਆਪਣੀ ਤਾਕਤ ਰੱਖੀ, ਉਹਨਾਂ ਚਿਰ ਤੱਕ ਉਹਦੀ ਗੱਲ ਨਹੀਂ ਬਣੀ। ਜਦੋਂ ਉਹਨੇ ਸਾਰੇ ਆਸਰੇ ਛੱਡ ਕੇ ਰੱਬ ਨੂੰ ਯਾਦ ਕੀਤਾ, ਰੱਬ ਨੇ ਆਪੇ ਹੀ ਆ ਕੇ ਕੰਮ ਕਰਤਾ ਜੀ। ਪਰ ਇਹਦੇ ਵਾਸਤੇ ਇਕਾਗਰਤਾ ਦੀ ਬੜੀ ਲੋੜ ਹੈ। ਜਦੋਂ ਅਸੀਂ ਅਰਦਾਸ ਕਰਦੇ, ਮੈਨੂੰ ਮਾਫ ਕਰਿਓ, ਇੱਕ ਖਿੰਨ ਵਾਸਤੇ ਕਹਿ ਰਿਹਾ ਜੀ, ਤੁਸੀਂ ਸਾਰਿਆਂ ਨੇ ਇੱਥੇ ਆ ਕੇ ਅਰਦਾਸ ਕੀਤੀ ਗੁਰੂ ਗ੍ਰੰਥ ਸਾਹਿਬ ਅੱਗੇ, ਪਰ ਤੁਹਾਡੇ ਚੋਂ ਕੋਈ ਵਿਰਲਾ ਹੋਏਗਾ, ਸਾਰਿਆਂ ਨੂੰ ਪੁੱਛ ਲਈਏ ਨਾ ਕਿਹੜੀ ਅਰਦਾਸ ਕੀਤੀ ਸੀ ਮਹਾਰਾਜ ਅੱਗੇ, ਤੇ ਚੇਤਾ ਭੁੱਲ ਗਿਆ ਹੋਣਾ ਜੀ ਵੀ ਮਹਾਰਾਜ ਅੱਗੇ ਅਰਦਾਸ ਕੀ ਕੀਤੀ। ਬਹੁਤਿਆਂ ਦੀ ਫਾਰਮੈਲਿਟੀ ਹੈ, ਆਉਣਾ ਗੁਰੂ ਗ੍ਰੰਥ ਸਾਹਿਬ ਅੱਗੇ ਹੱਥ ਜੋੜਨੇ ਆ, ਸਿਰ ਨਵਾਉਣਾ, ਇਹ ਵੀ ਚੰਗੀ ਗੱਲ ਹੈ, ਪਰ ਵਿੱਚ ਮਕਸਦ ਕੋਈ ਨਹੀਂ ਜੀ। ਸਭ ਭੁੱਲ ਜਾਂਦਾ ਅਸੀਂ ਅਰਦਾਸ ਕੀ ਕੀਤੀ ਹੈ ਮਹਾਰਾਜ ਦੇ ਚਰਨਾਂ 'ਚ, ਸਾਨੂੰ ਕੋਈ ਚੇਤਾ ਨਹੀਂ ਹੈਗਾ ਜੀ। ਵੇਖੋ ਹਰਿਮੰਦਰ ਸਾਹਿਬ ਜਾਂਦੇ ਆ, 1.5 ਘੰਟਾ ਲਾਈਨ 'ਚ ਲੱਗ ਕੇ ਸੰਗਤ ਅੰਦਰ ਜਾਂਦੀ ਹੈ। ਅੰਦਰ ਖਲੋਣ ਦਾ ਕਿੰਨਾ ਸਮਾਂ ਮਿਲਦਾ? 1 ਮਿੰਟ, ਹੱਦ 2 ਮਿੰਟ, ਜਿਹੜੀ ਚੱਲਦੀ ਉਹਨੂੰ 5 ਮਿੰਟ ਮਿਲ ਜਾਣਗੇ। ਉਹ 1.5 ਘੰਟੇ ਦੀ ਜਿਹੜੀ ਤਪੱਸਿਆ ਹੈ ਨਾ, ਉਹ ਤੁਸੀਂ 1 ਮਿੰਟ 'ਚ ਉਹਦੀ ਅਰਦਾਸ ਕਰਨੀ ਹੈ, ਅਰਦਾਸ ਕਰਨੀ ਹੈ। ਉਸ ਟਾਈਮ ਤੁਹਾਡੀ ਇਕਾਗਰਤਾ ਹੋਣੀ ਬਹੁਤ ਜ਼ਰੂਰੀ ਹੈ। ਕਈ 1.5 ਘੰਟਾ ਖਲੋ ਕੇ ਆਉਂਦੇ ਤੇ ਮੈਨੂੰ ਮਾਫ ਕਰਿਓ, ਅੰਦਰ ਜਾਂਦੇ, ਸਿਰ ਨਵਾਉਂਦੇ, ਵੇਖ ਚਾਖ ਕੇ ਆ ਜਾਂਦੇ। ਮੈਂ ਪੁੱਛਦਾ ਹੁੰਦਾ ਨਾਲ ਦੇ ਸਾਥੀਆਂ ਨੂੰ, ਉਹ ਕਹਿੰਦੇ ਪਤਾ ਤਾਂ ਲੱਗਾ ਹੀ ਨਹੀਂ ਮੰਗਿਆ ਕੀ ਹੈ। ਮੈਂ ਕਿਹਾ ਅਰਦਾਸ ਤੇ ਤੁਸੀਂ ਕਰਕੇ ਆਏ ਹੋ। ਕਹਿੰਦੇ ਚੇਤਾ ਹੀ ਭੁੱਲ ਗਿਆ ਕੀ ਅਰਦਾਸ ਕੀਤੀ ਹੈ। ਇਕਾਗਰਤਾ ਨਹੀਂ ਹੈ, ਸੰਸੀਅਰ ਨਹੀਂ ਹੈਗੇ। ਇਹ ਗੱਲਾਂ ਧਿਆਨ ਮੰਗਦੀਆਂ, ਇਕਾਗਰਤਾ ਮੰਗਦੀਆਂ। ਖੈਰ ਮੈਂ ਉਸੇ ਪਾਸੇ ਆਵਾਂ, ਕੁਛ ਨਾ ਕਰੇ ਬੰਦਾ, ਰੱਬ ਦੇ ਆਸਰੇ ਗੱਲ ਛੱਡ ਦੇ, ਰੱਬ ਆਪੇ ਹੀ ਹਿਸਾਬ ਕਿਤਾਬ ਕਰ ਲੈਂਦਾ ਮਹਾਰਾਜ ਕਹਿੰਦੇ। ਔਰ ਇਹਦੀਆਂ ਇੱਕ ਸਾਖੀਆਂ ਨਹੀਂ ਹੈਗੀਆਂ, ਜੇ ਮੈਂ ਗੁਰ ਇਤਿਹਾਸ 'ਚੋਂ ਤੁਹਾਨੂੰ ਸਾਖੀਆਂ ਸੁਣਾਉਣ ਲੱਗਾ ਤਾਂ ਬੇਅੰਤ ਨੇ। ਸਿੱਖਾਂ 'ਤੇ ਵਧੀਕੀਆਂ ਹੋਈਆਂ, ਉਹਨਾਂ ਸਤਿਗੁਰਾਂ 'ਤੇ ਗੱਲ ਛੱਡਤੀ, ਗੁਰੂ ਸਾਹਿਬ ਨੇ ਆਪੇ ਹੀ ਆ ਕੇ ਐਸੀ ਕਲਾ ਵਰਤਾਈ, ਸਾਧ ਸੰਗਤ ਜੀ, ਨੀਵੇਂ ਨੂੰ ਉੱਚਾ ਕਰਤਾ ਤੇ ਉੱਚੇ ਨੂੰ ਨੀਵਿਆਂ ਕਰਤਾ ਜੀ। ਗੱਜ ਕੇ ਕਹੋ ਵਾਹਿਗੁਰੂ ਵਾਹਿਗੁਰੂ। ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਕਰਨੇ ਜੋਗਾ ਰਹਿ ਨਾ ਸੋਊ, ਆਪੇ ਹੀ ਮਰ ਜੈ ਹੈ ਸੋਊ। ਬੁਰਾ ਕਰਨ ਵਾਲਾ ਆਪੇ ਹੀ ਮਰ ਜਾਂਦਾ ਹੈ। ਜੈਸੀ ਕਰੇ ਸੋ ਤੈਸੀ ਪਾਵੈ। ਬਸ ਜੈਸੀ ਕਰਦਾ ਹੈ ਨਾ, ਮਹਾਰਾਜ ਕਹਿੰਦੇ ਉਹੋ ਜੀ ਪਾ ਲੈਂਦਾ ਹੈ ਬੰਦਾ। ਹਾਂਜੀ, ਗੁਰ ਸਥਾਨ ਨੀਵੋਂ ਬਿਰਧਾਵੈ। ਤੇ ਗੁਰੂ ਸਾਹਿਬ ਜੀ ਦਾ ਜਿਹੜਾ ਅਸਥਾਨ ਹੈ, ਉੱਥੇ ਤੇ ਨੀਵੇਂ ਹੀ ਵੱਧਦੇ ਜੇ, ਨਿਮਰਤਾ ਵਾਲੇ ਵੱਧਦੇ ਆ, ਹਉਮੈ ਵਾਲੇ, ਹੰਕਾਰ ਵਾਲੇ ਮਾਣ ਨਹੀਂ ਪ੍ਰਾਪਤ ਕਰਦੇ। ਹਾਂਜੀ, ਸ੍ਰੀ ਪਰਮੇਸ਼ਰ ਹੈ ਸਮਰੱਥ, ਸੰਤਨ ਕੋ ਰਾਖਤ ਦੈ ਹੱਥ। ਬਾਕੀ ਗੁਰੂ ਅਮਰਦਾਸ ਸਾਹਿਬ ਆਪਣੇ ਸਿੱਖਾਂ ਨੂੰ ਕਹਿਣ ਲੱਗੇ, ਮੇਰੇ ਬੱਚਿਓ, ਮੇਰੇ ਪਿਆਰਿਓ, ਮੇਰੇ ਸਿੱਖੋ, ਰੱਬ ਬਹੁਤ ਸਮਰੱਥ ਹੈ। ਆਪਣੇ ਸੰਤਾਂ ਦੀ ਉਹ ਅੱਜ ਆਪ ਰੱਖਦਾ ਹੈ, ਆਪਣੇ ਸੰਤਾਂ ਦੀ ਪੈਜ ਉਹ ਆਪ ਰੱਖਦਾ ਹੈ, ਆਪਣੇ ਸੇਵਕ ਕੀ ਆਪੇ ਰੱਖ ਹੈ। ਸੇਵਕ ਬਣ ਕੇ ਤੇ ਵੇਖੀਏ ਉਹਦੇ ਜੀ। ਹਾਂਜੀ, ਜਿਨ ਕੇ ਐਸੇ ਭਇਓ ਗਿਆਨਾ, ਸੇਵੈ ਗੁਰੂ ਭਾਵ ਤਰ ਨਾਨਾ। ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਸਿੱਖਾਂ ਨੂੰ ਕਹਿਣ ਲੱਗੇ, ਸਿੱਖੋ, ਜਿਨ੍ਹਾਂ ਦੇ ਹਿਰਦੇ 'ਚ ਇਹ ਗਿਆਨ ਆ ਜਾਂਦਾ, ਉਹ ਲੜਦੇ ਨਹੀਂ ਫਿਰਦੇ ਜੀ, ਉਹ ਆਪਣੀ ਸੇਵਾ ਕਰਦੇ ਜੀ। ਹਉਮੈ ਵਾਲਾ ਸੇਵਾ ਵੀ ਛੱਡ ਕੇ ਬਹਿ ਜਾਂਦਾ ਜੀ। ਜਿਹਨੂੰ ਹਉਮੈ ਹੁੰਦੀ ਨਾ, ਉਹ ਸੇਵਾ ਵੀ ਛੱਡ ਕੇ ਬਹਿ ਜਾਂਦਾ। ਮੈਂ ਵੇਖਿਆ ਗੁਰੂ ਘਰ ਹੈ, ਇੱਕ ਥਾਂ ਤੇ ਨਹੀਂ, ਜਿੱਥੇ ਮਰਜ਼ੀ ਚਲੇ ਜਾਓ, ਕੋਈ ਨਾ ਕੋਈ ਟੋਕਾ ਟਕਾਈ ਵਾਲਾ, ਕੋਈ ਨਾ ਕੋਈ ਇਹੋ ਜਿਹਾ ਲੱਭ ਜਾਂਦਾ ਹੈ, ਤੇ ਬੰਦਾ ਗੁਰੂ ਦਾ ਦਰ ਛੱਡ ਕੇ ਬਹਿ ਜਾਂਦਾ। ਨਹੀਂ ਪਿਆਰਿਓ, ਐਸਾ ਨਹੀਂ ਕਰਨਾ। ਕਹਿੰਦੇ ਜਿਨ੍ਹਾਂ ਦੇ ਅੰਦਰ ਮਤ ਦ੍ਰਿੜ ਹੋ ਜਾਂਦੀ ਹੈ ਨਾ, ਸੇਵੈ ਗੁਰੂ ਭਾਵ ਧਰ ਨਾਨਾ, ਉਹ ਹੋਰ ਪਿਆਰ ਨਾਲ ਸੇਵਾ ਕਰਦੇ। ਹਾਂਜੀ, ਕਹੀ ਸੰਤੋਖ ਸਿੰਘ ਇਹ ਕਥਾ, ਜਿਨਹਿ ਸੁਣੀ ਤਿਨ ਕਾਲ ਨ ਮੱਥਾ। ਗੱਜ ਕੇ ਆਖੋ ਵਾਹਿਗੁਰੂ। ਕਹਿਣ ਲੱਗੇ
ਇਹ ਕਥਾ ਮੈਂ ਕਹੀ ਹੈ, ਕਵੀ ਸੰਤੋਖ ਸਿੰਘ ਕਹਿੰਦੇ। ਅਰਦਾਸ ਕਰੋ, ਹੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ, ਸਾਨੂੰ ਮਾੜੀ ਸੰਗਤ ਤੋਂ ਬਚਾ ਕੇ ਰੱਖੋ। ਹੇ ਸੱਚੇ ਪਾਤਸ਼ਾਹ, ਸਾਨੂੰ ਮਾੜੇ ਸਮੇਂ ਤੋਂ ਬਚਾ ਕੇ ਰੱਖੋ। ਹਾਂਜੀ। ਇੱਕ ਲਾਲੂ ਬੁੱਧਵਾਨ ਨਰ, ਦੂਸਰ ਦੁਰਗਾ ਨਾਮ। ਤੇ ਹੁਣ ਮਹਾਰਾਜ ਦੀ ਹਜ਼ੂਰੀ 'ਚ ਦੋ ਸਿੱਖ ਆਏ ਹੈ। ਮਹਾਰਾਜ ਸੱਚੇ ਪਾਤਸ਼ਾਹ ਬੈਠੇ ਹੈ। ਇੱਕ ਦਾ ਨਾਮ ਭਾਈ ਲਾਲੂ ਜੀ ਹੈ, ਦੂਜੇ ਦਾ ਨਾਮ ਭਾਈ ਦੁਰਗਾ ਜੀ ਹੈ। ਹਾਂਜੀ। ਜੀਵੰਦਾ ਮਿਲ ਤੀਸਰੋ, ਚੱਲ ਆਏ ਗੁਰਸਾਮ। ਤੀਜਾ ਸਿੱਖ ਹੈ, ਉਹਦਾ ਨਾਮ ਹੈ ਭਾਈ ਜੀਵੰਦਾ ਜੀ। ਤਿੰਨ ਸਿੱਖ ਆਏ, ਕਿਹੜੇ ਕਿਹੜੇ? ਭਾਈ ਲਾਲੂ ਜੀ, ਭਾਈ ਦੁਰਗਾ ਜੀ, ਭਾਈ ਜੀਵੰਦਾ ਜੀ। ਹਾਂਜੀ। ਕਰ ਬੰਧਨ ਕੋ ਲਾਗੇ ਸੇਵਾ। ਆਏ, ਸਮਰੱਥ ਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ, ਦਰਸ਼ਨ ਕਰਕੇ ਸੇਵਾ ਦੇ ਵਿੱਚ ਲੱਗ ਗਏ ਜੀ। ਇੱਕ ਦਿਨ ਬੈਠ ਨਿਕਟ ਗੁਰਦੇਵਾ। ਹਜ਼ਾਰਾਂ ਸੰਗਤਾਂ ਮਹਾਰਾਜ ਦੇ ਕੋਲ ਆਉਂਦੀਆਂ ਜੀ। ਕਈ ਵਾਰੀ ਰੋਜ਼ ਨੇੜੇ ਬਹਿਣ ਦਾ ਮੌਕਾ ਨਹੀਂ ਮਿਲਦਾ ਜੀ। ਜਿਹੜੇ ਪ੍ਰੇਮੀ ਦਰਬਾਰ ਸਾਹਿਬ ਜਾਂਦੇ ਉਹਨਾਂ ਨੂੰ ਪਤਾ, ਰਾਗੀ ਸਿੰਘਾਂ ਮਗਰ ਜਾਂ ਅੰਦਰ ਬਹਿ ਕੇ ਕੀਰਤਨ ਸੁਣਨ ਦਾ ਮੌਕਾ ਤੇ ਕਦੀ ਕਦੀ ਮਿਲ ਜਾਂਦਾ ਜੀ। ਬੜੀ ਸੰਗਤ ਹੁੰਦੀ ਹੈ ਉੱਥੇ। ਉਹ ਇੱਕ ਦਿਨ ਉਹਨਾਂ ਨੂੰ ਉੱਥੇ ਬਹਿਣ ਦਾ ਮੌਕਾ ਮਿਲ ਗਿਆ ਜੀ ਗੁਰੂ ਸਾਹਿਬ ਦੇ ਕੋਲ। ਹੱਥ ਜੋੜ ਅਰਦਾਸ ਬਖਾਨੀ। ਉਹਨਾਂ ਹੱਥ ਜੋੜੇ ਜੀ, ਤਿੰਨੋਂ ਯਾਰ ਨੇ ਪੱਕੇ ਜੀ। ਹੱਥ ਜੋੜੇ ਸੱਚੇ ਪਾਤਸ਼ਾਹ ਜੀ ਅੱਗੇ, ਅਰਦਾਸ ਕੀਤੀ ਉਹਨਾਂ ਨੇ। ਦੇਹੋ ਉਪਦੇਸ਼ ਆਪਨ ਜਨ ਜਾਨੀ। ਗੱਜ ਕੇ ਆਖੋ ਵਾਹਿਗੁਰੂ। ਹੇ ਸੱਚੇ ਪਾਤਸ਼ਾਹ, ਮਹਾਰਾਜ ਆਪ ਕਿਰਪਾ ਕਰੋ, ਸਾਨੂੰ ਉਪਦੇਸ਼ ਦਿਓ ਮਹਾਰਾਜ। ਆਪਣਾ ਜਾਣ ਕੇ ਸਾਡਾ ਭਲਾ ਕਰੋ, ਸਾਨੂੰ ਉਪਦੇਸ਼ ਦਿਓ ਮਹਾਰਾਜ। ਹਾਂਜੀ। ਜਿਸ ਤੇ ਹੋਏ ਉਧਾਰ ਹਮਾਰਾ। ਮਹਾਰਾਜ ਜਿਹਦੇ ਨਾਲ ਸਾਡਾ ਭਲਾ ਹੋਵੇ, ਸਾਡਾ ਉਧਾਰ ਹੋਵੇ, ਐਸਾ ਉਪਦੇਸ਼ ਦਿਓ ਸੱਚੇ ਪਾਤਸ਼ਾਹ। ਸ਼੍ਰੀ ਗੁਰ ਅਮਰ ਸੋ ਬਾਕ ਉਚਾਰਾ। ਤੇ ਧੰਨ ਗੁਰੂ ਅਮਰਦਾਸ ਸਾਹਿਬ, ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਉਹਨਾਂ ਨੂੰ ਬਚਨ ਸੁਣਾਉਣ ਲੱਗੇ ਜੀ। ਹਾਂਜੀ। ਪਰ ਉਪਕਾਰ ਸਮਾਨ ਨਾ ਔਰ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਫਿਰ ਪਿਆਰਿਓ ਭਲਾ ਕਰਿਆ ਕਰੋ ਕਿਸੇ ਨਾ ਕਿਸੇ ਦਾ। ਬੜੇ ਧਿਆਨ ਨਾਲ ਸੁਣਿਓ ਗੱਲ। ਕਿਸੇ ਦਾ ਭਲਾ ਕਰਨਾ, ਇਹਦੇ ਤੋਂ ਉੱਤੇ ਕੰਮ ਕੋਈ ਨਹੀਂ ਹੈਗਾ ਜੀ। ਹਾਂਜੀ। ਕਰਹਿ ਸਦਾ ਤਿਸ ਗਤ ਸੁਖ ਠੌਰ। ਜਿਹੜਾ ਕਿਸੇ ਦਾ ਭਲਾ ਕਰਦਾ, ਪਰਉਪਕਾਰ ਕਰਦਾ ਨਾ, ਮਹਾਰਾਜ ਕਹਿੰਦੇ ਉਹਨੂੰ ਸਦਾ ਸੁੱਖ ਮਿਲਦਾ, ਉਹਨੂੰ ਸੁੱਖ ਮਿਲਦਾ। ਦੁੱਖ ਕਦੋਂ ਮਿਲਦਾ ਜੀ? ਜਦੋਂ ਅਸੀਂ ਕਿਸੇ ਦੂਜੇ ਪ੍ਰਥਾਏ ਮਨ 'ਚ ਬੁਰਾ ਰੱਖਦੇ ਹਾਂ। ਹਾਂਜੀ। ਸੋ ਉਪਕਾਰ ਸੋ ਤੀਨ ਪ੍ਰਕਾਰਾ। ਹੁਣ ਮਹਾਰਾਜ ਖੋਲ ਕੇ ਗੱਲ ਦੱਸਦੇ। ਸਾਡੇ ਮਨ 'ਚ ਵੀ ਆ ਸਕਦੀ, ਜਿਹਦੇ ਕੋਲ ਮਾਇਆ ਨਹੀਂ ਹੈ, ਉਹ ਸੋਚ ਸਕਦਾ ਵੀ ਮੈਂ ਕਿਸੇ ਦਾ ਕੀ ਭਲਾ ਕਰਾਂ, ਮੈਂ ਤੇ ਆਪ ਗਰੀਬ ਆਦਮੀ ਹੈਗਾ। ਮਹਾਰਾਜ ਕਹਿੰਦੇ ਸੁਣੋ, ਉਪਕਾਰ ਵੀ ਤਿੰਨ ਤਰ੍ਹਾਂ ਦਾ ਹੁੰਦਾ, ਤਿੰਨ ਤਰ੍ਹਾਂ ਦਾ। ਹਾਂਜੀ। ਧਰੋ ਆਪ ਤੁਮ ਲਖ ਉਰ ਸਾਰਾ। ਮਹਾਰਾਜ ਕਹਿੰਦੇ ਸਮਝੋ, ਸਮਝ ਕੇ ਇਸ ਗੱਲ ਨੂੰ ਹਿਰਦੇ 'ਚ ਵਸਾਓ। ਹਾਂਜੀ। ਜੇਤਿਕ ਆਪਣੇ ਢਿਗ ਧਨ ਹੈ। ਪਹਿਲਾ ਉਪਕਾਰ ਕੀ ਹੈ? ਗੱਜ ਕੇ ਆਖੋ ਵਾਹਿਗੁਰੂ। ਪਰਮੇਸ਼ਰ ਨੇ ਤੁਹਾਨੂੰ ਧਨ ਦਿੱਤਾ ਜੀ, ਮਾਇਆ ਦਿੱਤੀ ਹੈ। ਹਾਂਜੀ। ਦੇਹੋ ਰੰਕ ਜੋ ਦੁਖੀਆ ਲਹੈ। ਲੋੜਵੰਦ ਵੇਖੋ ਤੇ ਉਹ ਮਾਇਆ ਲੋੜਵੰਦ ਨੂੰ ਦੇ ਦਿਓ ਜੀ। ਪਰ ਬੰਦਾ ਬੜੀ ਪਕੜ ਰੱਖ ਕੇ ਬੈਠਾ ਮਾਇਆ ਤੇ ਜੀ। ਤੁਹਾਨੂੰ ਰੱਬ ਨੇ ਵਾਧੂ ਮਾਇਆ ਦਿੱਤੀ ਹੈ, ਕਿਸੇ ਲੋੜਵੰਦ ਦਾ ਭਲਾ ਕਰ ਦਿਓ। ਪਹਿਲਾ ਉਪਕਾਰ ਇਹ ਹੈ ਜੀ। ਹਾਂਜੀ। ਭਿਖਹੋਂ ਗਰੀਬ ਅਨਾਥ ਹੈ ਜਹਾਂ। ਹਾਂਜੀ। ਵਸਤਰ ਆਹਾਰ ਦੀਜੀਐ ਤਹਾਂ। ਫਿਰ ਮਹਾਰਾਜ ਦੱਸਦੇ ਵੀ ਸਹਾਇਤਾ ਕਰਨੀ ਕਿਵੇਂ ਹੈ। ਜਿੱਥੇ ਕੋਈ ਗਰੀਬ ਵੇਖੋ ਨਾ, ਉਹਨੂੰ ਪ੍ਰਸ਼ਾਦਾ ਛਕਾਓ, ਕਹਿਣ ਲੱਗੇ, ਬੜਾ ਭਲਾ ਹੁੰਦਾ ਜੀ। ਹੋਰ ਮਹਾਰਾਜ ਕਹਿੰਦੇ ਉਹਨੂੰ ਕੱਪੜੇ ਲੈ ਦਿਓ। ਤੇ ਸੱਚੀ ਗੱਲ 'ਚ ਵਾਹਿਗੁਰੂ, ਆ ਸਮਾਂ ਬੜਾ ਭਿਆਨਕ ਚੱਲ ਰਿਹਾ ਪੂਰੇ ਸੰਸਾਰ 'ਚ। ਆ ਲੋਕਡਾਊਨ, ਕਈ ਤੇ ਐਂਟਰਟੇਨਮੈਂਟ ਕਰਦੇ ਨਾ, ਕਰਫਿਊ ਲੱਗ ਜੇ ਵੀ ਚਲੋ ਅੱਜ ਆਨੰਦ ਲਵਾਂਗੇ। ਪਰ ਮਾਫ ਕਰਿਓ, ਜਿਨ੍ਹਾਂ ਨੇ ਸਵੇਰੇ ਕਮਾਉਣਾ ਤੇ ਰਾਤੀ ਖਾਣਾ, ਉਹਨਾਂ ਦਾ ਕੀ ਬਣਦਾ ਇਹ ਪਰਮੇਸ਼ਰ ਹੀ ਜਾਣਦਾ ਹੈ ਜੀ। ਪਰਮੇਸ਼ਰ ਹੀ ਜਾਣਦਾ ਜੀ।
ਉਹਨਾਂ ਲਈ ਜਦੋਂ ਉਹ ਕਰਫਿਊ ਦੀ ਖਬਰ ਸੁਣਦੇ ਆ ਨਾ ਵੀ ਅੱਜ ਕਰਫਿਊ ਹੈ, ਤੇ ਉਹਨਾਂ ਨੂੰ ਉਹ ਛੋਟੇ ਛੋਟੇ ਬੱਚੇ ਉਹਨਾਂ ਦੇ ਵੇਖਦੇ ਰੋਂਦੇ ਜੀ, ਜਿਨ੍ਹਾਂ ਨੂੰ ਨਾ ਦੁੱਧ ਮਿਲਣਾ ਨਾ ਰੋਟੀ ਮਿਲਣੀ ਜੀ, ਉਹ ਕਲਪਦੇ ਆ। ਸਮਾਂ ਇਹੋ ਜਿਹਾ ਚੱਲ ਰਿਹਾ, ਤੇ ਇਹੋ ਜਿਹੇ ਸਮੇਂ ਭਲਾ ਕਰਨਾ ਬਹੁਤ ਫਲੀਭੂਤ ਹੁੰਦਾ ਜੀ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਕਹਿਣ ਲੱਗੇ, ਮਹਾਰਾਜ ਕਹਿਣ ਲੱਗੇ ਕੱਪੜੇ ਦੇ ਦਿਓ, ਕਈਆਂ ਕੋ ਪਾਉਣ ਨੂੰ ਕੱਪੜੇ ਨਹੀਂ ਹੈਗੇ ਜੀ। ਪਾਉਣ ਨੂੰ ਕੱਪੜੇ ਤੇ ਗੱਲ ਛੱਡੋ ਪਿਆਰਿਓ, ਰੋਟੀ ਨਹੀਂ ਨਸੀਬ ਹੁੰਦੀ ਜੀ। ਹਾਂਜੀ, ਦੇਖੋ ਦੁਖੀ ਦਇਆ ਕੋ ਧਾਰੋ। ਮਹਾਰਾਜ ਧੰਨ ਗੁਰੂ ਅਮਰਦਾਸ ਸਾਹਿਬ ਕਹਿਣ ਲੱਗੇ ਕਿਸੇ ਦੁਖੀ ਨੂੰ ਵੇਖੋ ਨਾ, ਦਇਆ ਕਰਿਆ ਕਰੋ ਉਹਦੇ ਤੇ ਮਿਹਰ ਕਰਿਆ ਕਰੋ ਥੋੜੀ। ਹਾਂਜੀ, ਜਥਾ ਸ਼ਕਤ ਤਿਹ ਦੁੱਖ ਨਿਵਾਰੋ। ਜਿੰਨੀ ਤੁਹਾਡੀ ਪਹੁੰਚ ਹੈ ਕੋਸ਼ਿਸ਼ ਕਰੋ ਓਨਾ ਉਹਦਾ ਦੁੱਖ ਦੂਰ ਕਰ ਸਕੀਏ ਜੀ। ਹਾਂਜੀ, ਨਿਜ ਬਾਣੀ ਤੇ ਸ਼ੁਭ ਬਨ ਆਵੇ। ਹੋਰ ਕੁਝ ਨਹੀਂ ਕਰ ਸਕਦੇ, ਤੇ ਗੁਰੂ ਅਮਰਦਾਸ ਸਾਹਿਬ ਕਹਿੰਦੇ ਇੱਕ ਕੰਮ ਕਰ ਲੋ, ਉਹਨੂੰ ਚੰਗੇ ਬੋਲ ਹੀ ਬੋਲ ਲੋ। ਗੱਜ ਕੇ ਆਖੋ ਵਾਹਿਗੁਰੂ। ਹੁਣ ਮਾਫ ਕਰਿਓ, ਇੱਕ ਬੰਨੇ ਤੇ ਬੰਦਾ ਦੁਖੀ ਰੋਟੀ ਤੋਂ ਆਤਰ ਹੈ, ਦੂਜਾ ਉਹਨੂੰ ਦਬਕੇ ਮਾਰੀ ਚੱਲੋ, ਇਹ ਕਿੱਥੋਂ ਦਾ ਚੰਗਾ ਕੰਮ ਹੈਗਾ ਜੀ? ਇਹ ਸਿੱਖਾਂ ਵਾਲਾ ਕੰਮ ਤੇ ਨਹੀਂ ਹੈਗਾ। ਮਹਾਰਾਜ ਕਹਿੰਦੇ ਬੋਲ ਹੀ ਚੰਗੇ ਬੋਲ ਲੋ ਉਹਨੂੰ। ਹਾਂਜੀ, ਬਿਗੜਿਓ ਕਾਰਜ ਪਰ ਸੁਧਰਾਵੇ। ਤੇ ਜੇ ਤੁਹਾਨੂੰ ਰੱਬ ਨੇ ਪਹੁੰਚ ਦਿੱਤੀ ਹੈ, ਪਹੁੰਚ ਦਿੱਤੀ ਹੈ, ਤੁਸੀਂ ਕਿਸੇ ਬਾਰੇ ਕਹਿ ਦਿਓ ਵੀ ਇਹਦਾ ਭਲਾ ਕਰ ਦਿਓ, ਇਹਨੂੰ ਮਾਇਆ ਦੀ ਲੋੜ ਹੈ, ਜਾਂ ਉਹ ਕਿਸੇ ਦੀ ਸਿਫਾਰਿਸ਼ ਕਰਦੇ ਹੋ, ਤਾਂ ਮਹਾਰਾਜ ਕਹਿੰਦੇ ਉਹਦਾ ਵਿਗੜਿਆ ਕੰਮ ਸੁਧਰ ਜਾਂਦਾ, ਤੁਹਾਡਾ ਭਲਾ ਹੋ ਜਾਣਾ ਜੀ। ਤੁਸੀਂ ਇਹ ਕੰਮ ਕਰਕੇ ਵੇਖਿਓ। ਵਾਹਿਗੁਰੂ ਸਾਧ ਸੰਗਤ ਦਾਸ ਸੱਚ ਤੁਹਾਨੂੰ ਕਹਿ ਰਿਹਾ, ਜਿਸ ਦਿਨ ਤੁਹਾਡਾ ਦਸਵੰਧ ਕਿਸੇ ਸਹੀ ਲੋੜਵੰਦ ਦੇ ਮੁੱਖ 'ਚ ਜਾਂਦਾ ਹੈ ਨਾ, ਸੱਚੀ ਗੱਲ ਹੈ, ਉਦਣ ਮਨ ਨੂੰ ਸ਼ਾਂਤੀ ਮਿਲਦੀ ਜੇ। ਜਿਸ ਦਿਨ ਤੁਸੀਂ ਦਇਆਵਸ ਹੋ ਕੇ ਕਿਸੇ ਦਾ ਭਲਾ ਕਰ ਦਿੰਦੇ, ਉਹਨੂੰ ਪ੍ਰਸ਼ਾਦਾ ਛਕਾ ਦਿੰਦੇ ਹੋ, ਉਹਦੇ ਤੋਂ ਬਾਅਦ 2 ਮਿੰਟ ਬੈਠ ਕੇ ਟਿਕ ਕੇ ਵਾਹਿਗੁਰੂ ਵਾਹਿਗੁਰੂ ਜਪ ਕੇ ਵੇਖਿਓ, ਰੋਜ਼ ਦੇ ਜਪੇ ਨਾਲੋਂ ਜ਼ਿਆਦਾ ਅਸਰ ਹੋਏਗਾ ਵਿੱਚ ਜੀ। ਕਿਉਂ? ਉਹਦੇ ਵਿੱਚ ਉਹਦੀ ਆਸ਼ੀਰਵਾਦ ਜੁੜਨੇ ਜੀ। ਤੇ ਮਹਾਰਾਜ ਕਹਿੰਦੇ ਦਾਨ ਪੁੰਨ ਕਰਕੇ ਨਾ ਉਸ ਦਿਨ ਜ਼ਿਆਦਾ ਰੱਬ ਦਾ ਸ਼ੁਕਰ ਕਰਿਆ ਕਰ। ਜੇ ਰੱਬ ਤੇਰੇ ਤੇ ਕਿਰਪਾ ਨਾ ਕਰਦਾ, ਤੂੰ ਕਿਸੇ ਨੂੰ 10 ਰੁਪਈਏ ਨਹੀਂ ਸੀ ਦੇ ਸਕਦਾ ਜੀ। ਜਿਹ ਪ੍ਰਸਾਦ ਕਰਹਿ ਪੁੰਨ ਬਹੁ ਦਾਨ। ਜਿਸ ਰੱਬ ਦੀ ਕਿਰਪਾ ਨਾਲ ਤੂੰ ਦਾਨ ਕਰ ਰਿਹਾ, ਇਹਦਾ ਮਤਲਬ ਜੇ ਉਹ ਕਿਰਪਾ ਨਾ ਕਰੇ ਤੇ ਬੰਦਾ ਦਾਨ ਵੀ ਨਹੀਂ ਦੇ ਸਕਦਾ। ਉਹਦੀ ਕਿਰਪਾ ਹੋਵੇ ਫਿਰ ਦਾਨ ਹੁੰਦਾ। ਤੇ ਕਰਨਾ ਕੀ ਹੈ? ਮਨ ਆਠ ਪਹਿਰ ਕਰ ਤਿਸਕਾ ਧਿਆਨ। ਫਿਰ ਉਸ ਵਾਹਿਗੁਰੂ ਨੂੰ ਚੇਤੇ ਵੀ ਕਰਿਆ ਕਰ। ਮਹਾਰਾਜ ਕਹਿੰਦੇ ਕਿਸੇ ਦਾ ਬੋਲ ਕੇ ਭਲਾ ਕਰ ਦਿਆ ਕਰ। ਹਾਂਜੀ, ਕਹਿ ਵਿਦਿਆ ਹੋਏ ਆਪਣੇ ਪਾਸ, ਅਪਰ ਪੜ੍ਹਾਵੇ ਤਰਹਿ ਹੁਲਾਸ। ਜਾਂ ਤੇਰੇ ਕੋਲ ਵਿਦਿਆ ਹੈ, ਤੇਰੇ ਕੋਲ ਪੜ੍ਹਾਈ ਹੈ। ਅੱਜ ਕੱਲ੍ਹ ਇਹ ਵੀ ਬੜਾ ਕੰਮ ਤੁਰਿਆ, ਆਪਣਾ ਗੁਣ ਦੂਜੇ ਨੂੰ ਨਹੀਂ ਦੇਣਾ ਜੀ। ਤੇਰੇ ਕੋਲ ਵਿਦਿਆ ਹੈ, ਤੇਰੇ ਕੋਲ ਪੜ੍ਹਾਈ ਹੈ, ਮਹਾਰਾਜ ਕਹਿੰਦੇ ਤੂੰ ਉਹਨੂੰ ਖੁਸ਼ੀ ਨਾਲ ਪੜ੍ਹਾ ਦੇ, ਇਹਦੇ ਨਾਲ ਵੀ ਤੇਰੇ ਪੁੰਨ ਵਧਣਗੇ। ਪੜ੍ਹਾਈਆਂ ਵਿੱਚੋਂ ਸਭ ਤੋਂ ਵਧੀਆ ਪੜ੍ਹਾਈ ਪੜ੍ਹਾਉਣੀ ਪਤਾ ਕੀ ਹੈ? ਕਿਸੇ ਨੂੰ ਗੁਰਬਾਣੀ ਪੜ੍ਹਾ ਦਿਓ। ਭਾਈ ਗੁਰਦਾਸ ਜੀ ਕਹਿੰਦੇ 100 ਵਾਹਿਗੁਰੂ 7 ਭਾਵ 100 ਸੋਨੇ ਦੇ ਮਹਿਲ ਬਣਾ ਕੇ ਦਾਨ ਕਰ ਦਿਓ, ਜਿੰਨਾ ਫਲ ਮਿਲਣਾ ਹੈ। ਕਿਸੇ ਸਿੱਖ ਨੂੰ ਇੱਕ ਸ਼ਬਦ ਸਿਖਾ ਦਿਓ, ਉਹਨਾਂ ਫਲ ਮਿਲ ਜਾਏਗਾ ਜੀ। ਜੈਸੇ 7 ਮੰਦਰ ਕੰਚਨ ਕੇ ਉਸਾਰ ਦੀਨੇ, ਤੈਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏਗਾ। ਕਹਿੰਦੇ ਵਿਦਿਆ ਪੜ੍ਹਾਓ। ਹਾਂਜੀ, ਪੁੰਨ ਮਨ ਤੇ ਸਭ ਕੋ ਭਲ ਚਾਹੈ। ਜੇ ਤੇਰੇ ਕੋ ਵਿਦਿਆ ਵੀ ਨਹੀਂ ਹੈ, ਮਾਇਆ ਵੀ ਨਹੀਂ ਹੈ, ਤੇ ਕਿਸੇ ਦੂਜੇ ਦਾ ਭਲਾ ਤੂੰ ਤਾਂ ਵੀ ਕਰ ਸਕਦਾ। ਮਹਾਰਾਜ ਮੈਂ ਫਿਰ ਕਿਵੇਂ ਭਲਾ ਕਰ ਸਕਦਾ? ਤੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿਣ ਲੱਗੇ ਮਨੋਂ ਉਹਦੇ ਭਲੇ ਦੀ ਅਰਦਾਸ ਕਰ ਦਿਆ ਕਰ।
ਇਹ ਵੀ ਭਲਾ ਜੇ, ਇਹ ਵੀ ਭਲਾ। ਪੁੰਨ ਮਨ ਤੇ ਸਭ ਕੋ ਭਲ ਚਾਹੇ, ਮਨੋ ਉਹਦਾ ਭਲਾ ਕਰਨਾ ਚਾਹੇ। ਅਰਦਾਸ ਕਰਦੇ ਹਾਂ। ਹਾਂਜੀ, ਬੁਰਾ ਕਹਿਨ ਹਿਤ ਕਬ ਨਾ ਉਮਾ ਹੈ। ਬੁਰਾ ਨਾ ਬੋਲੇ ਉਹਨੂੰ, ਉਹਦਾ ਭਲਾ ਚਾਹੇ, ਉਹਦੇ ਵਾਸਤੇ ਅਰਦਾਸ ਕਰਦੇ, ਤੇਰਾ ਵੀ ਭਲਾ ਹੋ ਜਾਏਗਾ। ਮੈਂ ਇੱਕ ਗੁਰਮੁਖਾਂ ਨੂੰ ਸੁਣ ਰਿਹਾ ਸਾਂ, ਉਹ ਕਹਿੰਦੇ ਪਿਆਰਿਓ, ਜਿਹੜਾ ਕਿਸੇ ਦਾ ਭਲਾ ਮੰਗਦਾ ਵਾਹਿਗੁਰੂ ਉਹਦਾ ਪਹਿਲਾਂ ਕਰ ਦਿੰਦਾ। ਕਹਿੰਦੇ ਤੇ ਗੱਲ ਵੀ ਸੱਚੀ ਜੇ। ਕਹਿੰਦੇ ਤੂੰ ਮਨ ਤੋਂ ਅਰਦਾਸ ਕਰ ਦਿਆ ਕਰ, ਮਹਾਰਾਜ ਦਾ ਭਲਾ ਹੋ ਜੇ। ਹਾਂਜੀ, ਪਾਸ ਪਦਾਰਥ ਅਰ ਬਚ ਕਾ ਹੈ। ਪਹਿਲਾ ਭਲਾ ਕੀ ਹੈ? ਕਿਸੇ ਨੂੰ ਮਾਇਆ ਦੇ ਦਿਓ। ਦੂਜਾ ਭਲਾ ਕੀ ਹੈ? ਬੋਲ ਬਾਣੀ ਨਾਲ ਉਹਦਾ ਭਲਾ ਕਰ ਦਿਓ। ਹਾਂਜੀ, ਤ੍ਰਿਤੀਏ ਕਿਸ ਕੋ ਬੁਰਾ ਨਾ ਚਾਹੈ। ਤੇ ਤੀਜਾ ਭਲਾ ਕੀ ਹੈ? ਮਨੋ ਉਹਦੇ ਭਲੇ ਦੀ ਅਰਦਾਸ ਕਰ ਦਿਓ, ਉਹਦਾ ਬੁਰਾ ਨਾ ਕਰੋ। ਮਹਾਰਾਜ ਕਹਿੰਦੇ ਤਿੰਨ ਤਰੀਕੇ ਦੇ ਭਲੇ ਨੇ ਜੀ। ਹਾਂਜੀ, ਇਮ ਤੀਨੋਂ ਤੇ ਪਰ ਉਪਕਾਰ। ਇਹ ਤਿੰਨ ਕੰਮ ਕਰ ਲਓ। ਮਹਾਰਾਜ ਕਹਿੰਦੇ ਇਹਦੇ ਨਾਲ ਤੁਹਾਡਾ ਵੀ ਭਲਾ ਹੋ ਜਾਏਗਾ, ਪਰ ਉਪਕਾਰ ਹੋਏਗਾ। ਹਾਂਜੀ, ਕਰਹੁ ਸਦਾ ਪਰ ਦੁਖ ਨਿਰਵਾਰ। ਸਦਾ ਹੀ ਭਲਾ ਕਰੋ, ਸਦਾ ਭਲਾ ਕਰੋ ਤੇ ਆਪੇ ਦੁੱਖ ਦੂਰ ਹੋ ਜਾਣਗੇ। ਬਾਬਾ ਫਰੀਦ ਸਾਹਿਬ ਇੱਕ ਗੱਲ ਕਹਿੰਦੇ, ਫਰੀਦਾ ਬੁਰੇ ਦਾ ਭਲਾ ਕਰ। ਭਲਾ ਕਰ, ਭਲਾ ਕਰ ਕਹਿਣ ਲੱਗੇ, ਭਲਾ ਕਰ। ਹਾਂਜੀ, ਸਰਬਦਾਨ ਤੈ ਅਹੈ ਵਿਸਾਲਾ। ਹਾਂਜੀ, ਅੰਨ ਦੇਨ ਕੀਜੈ ਸਭ ਕਾਲਾ। ਬਾਕੀ ਮਹਾਰਾਜ ਕਹਿੰਦੇ ਸਾਰੇ ਦਾਨਾਂ ਨਾਲੋਂ ਸਭ ਤੋਂ ਵੱਡਾ ਦਾਨ ਕਿਹੜਾ? ਉਹ ਹੈ ਕਿਸੇ ਨੂੰ ਅੰਨ ਦੇ ਦਿਓ। ਭੋਜਨ ਦਾ ਦਾਨ ਸਭ ਤੋਂ ਵੱਡਾ ਦਾਨ ਹੈ। ਭੋਜਨ ਦੇ ਦਾਨ ਤੋਂ ਵੱਡਾ ਦਾਨ ਕੋਈ ਨਹੀਂ, ਜਿਹਦੇ ਨਾਲ ਸਰੀਰ ਚੱਲਣਾ। ਸਾਡੇ ਤ੍ਰੈ ਮਣ ਦੇਹੁਰੀ ਚੱਲੇ ਪਾਣੀ ਅੰਨ। ਪ੍ਰਸ਼ਾਦਾ ਛਕਾ ਦਿਓ, ਇਹ ਸਭ ਤੋਂ ਵੱਡਾ ਪੁੰਨ ਹੈਗਾ ਜੀ। ਹਾਂਜੀ, ਜਿਸ ਤੇ ਪ੍ਰਾਨ ਧਰਤ ਹੈ ਪ੍ਰਾਨੀ। ਜਿਹਦੇ ਨਾਲ ਬੰਦੇ ਦੇ ਪ੍ਰਾਣ ਬਚਦੇ ਆ, ਜ਼ਿੰਦਗੀ ਬਚਦੀ ਹੈ। ਹਾਂਜੀ, ਅਪਰ ਹੋਇ ਕਿਮ ਤਾਹੇ ਸਮਾਨੀ। ਤੇ ਬਾਕੀ ਪੁੰਨ ਕਿਵੇਂ ਉਹਦੇ ਬਰਾਬਰ ਹੋਣਗੇ। ਹਾਂਜੀ, ਕਾਚੋ ਪਾਕੋ ਜਿਉਂਤ ਕਿਉਂ ਕੀਜੈ। ਗੱਜ ਕੇ ਆਖੋ। ਧੰਨ ਗੁਰੂ ਅਮਰਦਾਸ ਸਾਹਿਬ ਕਹਿਣ ਲੱਗੇ, ਕਿਸੇ ਨੂੰ ਪਕਾ ਕੇ ਨਹੀਂ ਦੇ ਸਕਦੇ, ਕੱਚਾ ਹੀ ਦੇ ਦਿਓ। ਆਟਾ ਦੇ ਦਿਓ, ਚੌਲ ਦੇ ਦਿਓ, ਦਾਲ ਦੇ ਦਿਓ, ਭਲਾ ਕਰੋ ਉਹਦਾ। ਕਹਿਣ ਲੱਗੇ ਪਹਿਲਾਂ ਪਿੰਡਾਂ 'ਚ ਕਣਕ ਹੀ ਦੇ ਦਿੰਦੇ ਹੁੰਦੇ ਸੀਗੇ ਦਾਨ ਵਿੱਚ ਜੀ। ਹਾਂਜੀ, ਸ਼ੁੱਧਤ ਦੇਖ ਕਰ ਨਾਹੇ ਨਾ ਕੀਜੈ। ਇਹ ਕਿੱਡੇ ਵਧੀਆ ਬਚਨ ਮਹਾਰਾਜ ਕਰਦੇ ਸ੍ਰੀ ਗੁਰੂ ਅਮਰਦਾਸ ਸਾਹਿਬ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਭੁੱਖੇ ਨੂੰ ਵੇਖ ਕੇ ਨਾ ਕਰਿਆ ਕਰੋ। ਅਸਲ 'ਚੋਂ ਤਿੰਨਾਂ ਕੋਈ ਗਲਤੀ ਹੁੰਦੀ ਸੀਗੀ ਜੀ, ਤਾਂ ਮਹਾਰਾਜ ਉਹਨਾਂ ਨੂੰ ਕਹਿ ਰਹੇ। ਮਹਾਰਾਜ ਕਹਿੰਦੇ ਉੱਧਰੋਂ ਭੁੱਖਾ ਹੋਵੇ, ਤੁਹਾਨੂੰ ਰੱਬ ਨੇ ਸਭ ਕੁਝ ਦਿੱਤਾ ਹੋਵੇ, ਤੁਸੀਂ ਕਹੋ ਨਾ ਨਹੀਂ ਹੈਗਾ, ਅਗਲੇ ਘਰ ਚੱਲੋ। ਹੁੰਦਾ ਇੰਝ ਜੀ। ਵਾਹਿਗੁਰੂ ਆ ਹੁਣ ਤੇ ਮੰਗਣ ਵਾਲੇ ਘਟ ਗਏ, ਤੇ ਵੈਸੇ ਮੰਗਣ ਵਾਲਿਆਂ ਦਾ ਵੀ ਵਪਾਰ ਹੈ, ਪਰ ਲੋੜਵੰਦ ਵੇਖੋ ਤੇ ਲੋੜਵੰਦ ਨੂੰ ਆਪ ਛਕਾ ਦਿਓ। ਤੇ ਮੈਂ ਅੱਗੇ ਬੇਨਤੀ ਕੀਤੀ, ਜਿਸ ਦਿਨ ਇਹ ਕੰਮ ਕਰਕੇ ਵੇਖੋਗੇ, 2 ਮਿੰਟ ਬਾਅਦ ਟਿਕ ਕੇ ਸਿਮਰਨ ਕਰਕੇ ਵੇਖ ਲਿਓ, ਤੁਹਾਡਾ ਮਨ ਸ਼ਾਂਤ ਹੋਏਗਾ, ਤੁਹਾਡਾ ਧਿਆਨ ਜੁੜੇਗਾ, ਤੁਹਾਨੂੰ ਤਰੱਕੀ ਮਿਲੇਗੀ ਇਸ ਮਾਰਗ ਵਿੱਚ। ਹਾਂਜੀ, ਜਿਸ ਕਿਸ ਸਮੇਂ ਸਾਂਝ ਕੈ ਪ੍ਰਾਤ, ਬਿਨ ਵਿਚਾਰੈ ਭੋਜਨ ਦਾਤ। ਮਹਾਰਾਜ ਕਹਿਣ ਲੱਗੇ ਲੋੜਵੰਦ ਆ ਜੇ, ਸਮਾਂ ਕੋਈ ਵੀ ਹੋਵੇ, ਸ਼ਾਮਾਂ ਹੋਣ ਸਵੇਰ ਹੋਵੇ, ਬਸ ਭੋਜਨ ਛਕਾਓ ਉਹਨੂੰ, ਪ੍ਰਸ਼ਾਦਾ ਛਕਾਓ। ਹਾਂਜੀ, ਊਚ ਨੀਚ ਨੇ ਪਰਖੋ ਜਾਤੀ, ਦੇਕਰ ਅੰਨ ਕਰੋ ਤ੍ਰਿਪਤਾਤੀ। ਤੇ ਭਾਵੇਂ ਜਾਤ ਨਹੀਂ ਵੇਖਣੀ, ਲਓ ਜੀ ਆ ਨੀਵੀਂ ਜਾਤ ਦਾ ਹੈ ਨਾ, ਇਹਨੂੰ ਅਸੀਂ ਨਹੀਂ ਛਕਾਉਣਾ। ਨਾ ਅਮੀਰ ਗਰੀਬ ਜਾਤ ਪਾਤ ਕੁਝ ਨਹੀਂ ਦੇਖਣਾ। ਮਹਾਰਾਜ ਕਹਿੰਦੇ ਲੰਗਰ ਛਕਾਉਣਾ ਹੈ। ਤੇ ਗੁਰਸਿੱਖਾਂ ਨੇ ਇੰਨੇ ਲੰਗਰ ਲਾਏ ਲੋਕਡਾਊਨ ਦੇ ਵਿੱਚ। ਅਮਰੀਕਾ ਵਰਗੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇਹ ਬਿਆਨ ਦਿੱਤਾ ਹੈ, ਇਹ ਪੱਗਾਂ ਵਾਲੇ ਜਿਹੜੇ ਸਰਦਾਰ ਨੇ ਇਹ ਹਰ ਦੇਸ਼ ਵਿੱਚ ਹੋਣੇ ਚਾਹੀਦੇ ਆ। ਇਹਨਾਂ ਦੇ ਗੁਰੂ ਘਰ ਹਰ ਦੇਸ਼ ਵਿੱਚ ਹੋਣੇ ਚਾਹੀਦੇ ਆ। ਕਿਉਂ? ਖਾਲਸਾ ਸਾਰਿਆਂ ਦਾ ਭਲਾ ਮੰਗਣ ਵਾਲੀ ਕੌਮ ਹੈ।
ਸੋ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਾਡੇ ਤੇ ਕਿਰਪਾ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਅਗਲਾ ਪ੍ਰਸੰਗ ਆਪਾਂ ਕੱਲ ਨੂੰ ਸਰਵਣ ਕਰਾਂਗੇ। 2 ਮਿੰਟ ਪਿਆਰ ਨਾਲ ਸਾਰੇ ਜਪੋ ਜੀ। ਵਾਹਿਗੁਰੂ ਜਪ ਵਾਹਿਗੁਰੂ, ਵਾਹਿਗੁਰੂ ਜਪ ਵਾਹਿਗੁਰੂ, ਵਾਹਿਗੁਰੂ ਜਪ ਵਾਹਿਗੁਰੂ, ਵਾਹਿਗੁਰੂ ਜਪ ਵਾਹਿਗੁਰੂ, 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 ਜਪ 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 ਵਾਹਿਗੁਰੂ, ਵਾਹਿਗੁਰੂ, ਜਪ ਵਾਹਿਗੁਰੂ, ਵਾਹਿਗੁਰੂ, ਜਪ ਵਾਹਿਗੁਰੂ, ਵਾਹਿਗੁਰੂ, ਜਪ ਵਾਹਿਗੁਰੂ, ਵਾਹਿਗੁਰੂ, ਜਪ ਵਾਹਿਗੁਰੂ। ਸੱਚੇ ਪਾਤਸ਼ਾਹ ਕਿਰਪਾ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਿਆਰ ਸਤਿਕਾਰ ਨਾਲ ਗੱਜ ਕੇ ਸਾਰੀ ਸੰਗਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਹੋ